आऊज़ु बिल्लाहि समील अलीम मिनश्शैतानिर्रजीम बिस्मिल्लाहिर्रहमानिर्रहीम कुंतुम खैर उम्मतिन उखरजत लिन्नास तामुरून बिल मारूफ तनहौना अनिल मुनकर तु'मिनून बिल्लाह सदक़ल्लाहुल अज़ीम रब्बि इश्रह ली सदरी यस्सिर ली अमरी वहलुल उक़दतम मिन लिसानी यफ़क़हू क़ौली रब्बना तक़ब्बल मिन्ना इन्नका अंतस समीउल अलीम आमीन या रब्बल आलमीन। नाज़रीन, तज्ज़िया प्रोग्राम के साथ मैं हूँ आपका मेज़बान समीउल्लाह मलिक। जैसा कि हम पिछले प्रोग्राम के अंदर मैंने आपसे अर्ज़ की थी कि हम सिख और इस्लाम दो मज़ाहब के दरमियान रवादारी और यगानगत और इसकी हिस्ट्री के बारे में हम बात हमने शुरू की है, ताकि जो मुसलमानों और सिखों के दरमियान लोगों ने दुश्मनों ने अपने मज़मूम अज़ाइम को कामयाब करने के लिए जो इनके अंदर मुखालफत पैदा की है उसकी वजूहात कुछ पहले प्रोग्राम में आई हैं। आज मैं इस प्रोग्राम के अंदर मैं एक ऐसे शख्स को मुतारफ़ करवा रहा हूँ कि जिसने पिछले प्रोग्राम में डॉक्टर साहब तो एक मौर्रिख़ थे और उनकी मालूमात एक तारीख़ी लिहाज से बहुत खूबसूरत थी, लेकिन आज मैं एक ऐसे मुजाहिद के साथ आपकी मुलाकात करवा रहा हूँ कि जिसने बाकायदा अपने सिख मज़हब के लिए बाकायदा जहाद किया, खालिस्तान के लिए जहाद किया और वो हिंदुस्तान के अंदर रह के उन्होंने क्या क्या कारनामे सर अंजाम दिए और क्या क्या इस खालिस्तान मूवमेंट के अंदर इसकी हिस्ट्री क्या है। आज हम उनके साथ पूछेंगे कि उनका एक बहुत बड़ा एक गहरा एक ताल्लुक़ है इस खालिस्तान मूवमेंट के साथ और आज भी वो खालिस्तान के हलकों के अंदर एक नामी ग्रामी जानी पहचानी शख्सियत है। मेरी मुराद ठेकेदार जसवंत सिंह के साथ मुराद है और हकीकत ये है कि ठेकेदार जसवंत सिंह के साथ बहुत सी बातें शेयर की जा सकती हैं और शायद हो सकता है कि ये वक्त मेरे लिए काफ़ी ना हो, लेकिन बजाय मैं एक और तारीख बयान करने के मैं फौरी तौर पे ठेकेदार जसवंत सिंह की तरफ आपको ले चलता हूँ। ठेकेदार जी सत श्री अकाल। सत श्री अकाल जी। जी आया ਨੂੰ ਤੁਹਾਨੂੰ ਤੁਸੀਂ ਸਾਡੇ ਕੋਲ ਤਸ਼ਰੀਫ ਲਿਆਏ ਮਤਲਬ ਹੈ ਬੜੀ ਮਿਹਰਬਾਨੀ। मैं जिस तरह बड़ी तेज़ी ਨਾਲ एक तारुफ कराया कि ਤੁਸੀਂ ਬਕਾਇਦਾ ਤੌਰ ਤੇ ਖਾਲਿਸਤਾਨ मूवमेंट शामिल ਸੀ। मेरा ਤੁਹਾਨੂੰ ਪਹਿਲਾ ਸਵਾਲ ਇਹ ਹੈ ਹਾਂਜੀ ਕਿ ਤੁਸੀਂ ਪਹਿਲੇ ਇਹ ਦੱਸੋ ਕਿ ਖਾਲਿਸ ਤੁਸੀਂ ਇਹ ਸਾਰੇ ਕੰਮ ਚੰਗੇ ਮਤਲਬ ਹੈ ਚੰਗੇ ਭਲੇ ਕਮਾਉਂਦੇ ਖਾਂਦੇ ਸੋ ਤੁਸੀਂ ਮਤਲਬ ਹੈ ਤੁਸੀਂ ਇਹ ਖਾਲਿਸਤਾਨ ਦੇ ਵਿੱਚ ਕਿਵੇਂ ਆ ਗਏ, ਤੁਸੀਂ ਕੀ ਸਮਝਿਆ ਤੁਸੀਂ ਖਾਲਿਸਤਾਨ ਦੀ ਹਕੀਕਤ ਕੀ ਸੀ, ਤੁਸੀਂ ਖਾਲਿਸਤਾਨ ਨੂੰ ਕਿਉਂ ਜੁਆਇਨ ਕਰ ਲਿਆ? ਵੇਖੋ ਜੀ, ਸਿੱਖ ਜਦੋਂ ਜੰਮਦਾ ਉਹ ਜੰਮਦਾ ਹੀ ਆਜ਼ਾਦ ਹੈ। ਸਿੱਖ ਕਦੀ ਗੁਲਾਮ ਨਹੀਂ ਰਹਿ ਸਕਦਾ ਔਰ ਨਾ ਅਸੀਂ ਗੁਲਾਮੀ ਕਦੀ ਕਬੂਲ ਕਰਨੀ ਹੈ। ਸਾਡੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਸਾਨੂੰ ਇੱਕ ਦੱਸ ਦਿੱਤਾ ਸੀ ਵੀ ਦੁਨਿਆਵੀ ਰਾਜ ਤੋਂ ਕਿਤੇ ਨਹੀਂ ਕਦੀ ਨਹੀਂ ਡਰਨਾ। ਇਸੇ ਕਰਕੇ ਦੁਨੀਆ ਵਿੱਚ ਅੱਜ ਤੱਕ ਕਿਤੇ ਵੀ ਰੱਬ ਦਾ ਰਾਜ ਚੱਲਦਾ ਦਿਖਦਾ ਨਹੀਂ। ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਰੱਬ ਦਾ ਰਾਜ ਦਾ ਤਖਤ ਬਣਾ ਦਿੱਤਾ। ਉਹਦਾ ਨਾਮ ਆ ਅਕਾਲ ਤਖਤ, ਰੱਬ ਦਾ ਤਖਤ, ਔਰ ਉਹ ਦਿੱਲੀ ਦੇ ਤਖਤ ਤੋਂ ਉੱਚਾ ਵਾ। ਉਹ ਤਾਂ ਸਾਰੇ ਤਖਤਾਂ ਤੋਂ ਉੱਚਾ ਹੋ ਗਿਆ। ਸਾਰੇ ਤਖਤਾਂ, ਕਿਉਂਕਿ ਰੱਬ ਦਾ ਤਖਤ ਆ ਉਹ। ਜਦੋਂ ਗੁਰੂ ਸਾਹਿਬ ਸਮਝਾਉਂਦੇ ਸੀ ਸਿੱਖ ਨੂੰ ਕਈ ਵਾਰ ਸਮਝ ਨਹੀਂ ਸੀ ਆਉਂਦੀ ਜੀ, ਔਰ ਉਹਨਾਂ ਨੇ ਇੱਕ ਪ੍ਰੈਕਟੀਕਲ ਰੂਪ 'ਚ ਦੱਸ ਦਿੱਤਾ ਮਨੁੱਖ ਨੂੰ ਕਿ ਤੁਸੀਂ ਕਿਸੇ ਤੋਂ ਨਹੀਂ ਡਰਨਾ ਸਿਵਾਏ ਰੱਬ ਤੋਂ ਜੀ। ਔਰ ਜਿਹੜਾ ਰੱਬ ਆ ਉਹ ਕਦੀ ਮਰਦਾ ਨਹੀਂ, ਨਾ ਉਹ ਜੰਮਦਾ ਨਾ ਮਰਦਾ, ਉਹ ਸਦਾ ਹੀ ਰਹਿੰਦਾ। ਇਸ ਕਰਕੇ ਅਸੀਂ ਜਦੋਂ ਅਸੀਂ ਜੰਮਦੇ ਹੀ ਹਾਂ ਤਾਂ ਅਸੀਂ ਅਕਾਲ ਤਖਤ ਦੇ ਥੱਲੇ ਪੈਦਾ ਹੁੰਦੇ ਹਾਂ। ਅਸੀਂ ਨਾ ਦਿੱਲੀ ਦੇ ਤਖਤ 'ਤੇ ਨਾ ਕਿਸੇ ਹੋਰ ਤਖਤ 'ਤੇ ਜੀ। ਇਸ ਕਰਕੇ ਸਾਡਾ ਹੱਕ ਬਣਦਾ ਜਿਸ ਖਿੱਤੇ ਵਿੱਚ ਵੀ ਅਸੀਂ ਰਹਿ ਰਹੇ ਹਾਂ ਉੱਥੇ ਆਜ਼ਾਦੀ ਉਹ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ 'ਤੇ ਵੀ ਰੂਲ ਕਰੀਏ। ਸਹੀ। ਅੱਜ ਖਾਲਿਸਤਾਨ ਕੱਲ੍ਹ ਨੂੰ ਹੋ ਸਕਦਾ ਦੁਨੀਆ ਦੇ ਹੋਰ ਖਿੱਤੇ 'ਤੇ ਵੀ ਅਸੀਂ ਕੋਈ ਰੂਲ ਕਰੀਏ, ਪਰ ਅਸੀਂ ਰੂਲਰ ਹਾਂ, ਗੁਲਾਮ ਨਹੀਂ। ਤੁਸੀਂ ਖਾਲਿਸਤਾਨ ਦੀ ਮੂਵਮੈਂਟ ਇਸ ਵਕਤ ਸ਼ੁਰੂ ਕੀਤੀ, ਮਤਲਬ ਹੈ ਤੁਸੀਂ ਖਾਲਿਸਤਾਨ ਦੀ ਮੂਵਮੈਂਟ ਕਿਹਦੇ ਕੋਲੋਂ ਮੁਤਾਸਰ ਹੋ ਕੇ ਖਾਲਿਸਤਾਨ ਦੇ ਅੰਦਰ ਆਏ? ਸਾਡੀ ਸਿੱਖ ਹਿਸਟਰੀ 'ਚ ਹੀ ਹੈ ਜੀ ਵੀ ਗੁਲਾਮ ਨਹੀਂ ਰਹਿਣਾ ਜੀ। ਹਿੰਦੂ ਨੇ ਸਾਨੂੰ ਗੁਲਾਮ ਕਰਨ ਦੀ ਕੋਸ਼ਿਸ਼ ਕੀਤੀ ਜੀ। ਸਾਨੂੰ ਧੋਖੇ ਵਿੱਚ 1947 'ਚ ਆਪਣਾ ਸਾਡੀ ਲੀਡਰਸ਼ਿਪ ਧੋਖੇ ਵਿੱਚ ਆ ਗਈ। ਧੋਖਾ ਵੀ ਇਸ ਕਰਕੇ ਆਇਆ ਕਿ ਜਿਹੜਾ ਮਾਸਟਰ ਤਾਰਾ ਸਿੰਘ ਸੀ ਉਹ ਬੁਨਿਆਦੀ ਤੌਰ 'ਤੇ ਹਿੰਦੂ ਸੀ ਜੀ। ਹਿੰਦੂ ਜੰਮਿਆ, ਹਿੰਦੂ ਜਵਾਨ ਹੋਇਆ, ਜਵਾਨੀ ਦੇ ਬਾਅਦ ਉਹ ਸਿੱਖ ਬਣਿਆ। ਅੱਛਾ ਜੀ। ਇਸ ਕਰਕੇ ਚਾਹੀਦਾ ਤੇ ਸੀ ਸਿੱਖ ਲੀਡਰਸ਼ਿਪ ਦਾ ਘੱਟੋ ਘੱਟ ਪਿਓ ਤਾਂ ਸਿੱਖ ਹੁੰਦਾ। ਸਹੀ। ਹਾਂਜੀ। ਉਹ ਆਪ ਉਸ ਮਾਹੌਲ 'ਚ ਜੰਮਿਆ ਔਰ ਉਹ ਹਿੰਦੂਆਂ ਨਾਲ ਹੀ ਜਾ ਰਲਿਆ, ਸਾਨੂੰ ਗੁਲਾਮ ਕਰ ਗਿਆ ਇੱਕ ਮਨੁੱਖ। ਯਾਨੀ ਸਿੱਖਾਂ ਨਾਲ ਧੋਖਾ, ਤੁਸੀਂ ਕਹਿੰਦੇ ਸਿੱਖਾਂ ਨਾਲ ਬੜਾ ਵੱਡਾ ਧੋਖਾ ਹੋਇਆ ਸਿੱਖਾਂ ਉਹ ਵਿਸ਼ਵਾਸਘਾਤ, ਧੋਖਾ ਛੋਟਾ ਲਫ਼ਜ਼ ਆ, ਵਿਸ਼ਵਾਸਘਾਤ ਹੋਇਆ ਸਾਡੇ ਨਾਲ ਜੀ। ਔਰ ਸਾਨੂੰ ਆਜ਼ਾਦੀ ਦੇ ਨਾਲ ਹਿੰਦੁਸਤਾਨ ਨਾਲ ਮਿਲਾ ਦਿੱਤਾ ਗਿਆ। ਮਿਲਾਤਾ ਗਿਆ
ਔਰ ਤੁਸੀਂ ਇਹਦੀ ਫਿਰ ਕੀ ਵਜ੍ਹਾ ਹੈ ਕਿ ਤੁਸੀਂ ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ ਪਾਰਟੀਸ਼ਨ ਉਹ ਤੇ 1947 ਚ 47 ਚ ਹੋਈ ਮਤਲਬ ਹੈ, ਲੇਕਿਨ ਖਾਲਿਸਤਾਨ ਦਾ ਜਿਹੜਾ ਨਾਰਾ ਹੈਗਾ ਮਤਲਬ ਹੈ ਇਹ ਬਹੁਤ ਦੇਰ ਦੇ ਨਾਲ ਲੱਗਾ ਮਤਲਬ ਹੈ, ਕੋਈ 30 ਸਾਲ ਬਾਅਦ ਲੱਗਾ ਜਾ ਕੇ ਮਤਲਬ ਹੈ। ਨਹੀਂ ਜੀ, ਇਹ ਵੀ ਗੱਲ ਗਲਤ ਹੈ। ਅੱਛਾ ਜੀ। 1949 ਦੇ ਵਿੱਚ ਇੱਕ ਮੀਟਿੰਗ ਹੋਈ ਸੀ ਸਮੁੰਦਰੀ ਹਾਲ ਵਿੱਚ ਅੰਮ੍ਰਿਤਸਰ, ਦਰਬਾਰ ਸਾਹਿਬ ਜੀ। ਉੱਥੇ ਸਾਰੀ ਸਿੱਖ ਲੀਡਰਸ਼ਿਪ ਨੇ ਡਿਸਕਸ ਕੀਤਾ ਵੀ ਸਾਡੇ ਨਾਲ ਧੋਖਾ ਹੋ ਗਿਆ, ਅੱਛਾ, ਅਸੀਂ ਹੁਣ ਕੀ ਕਰੀਏ। ਹਰ ਬੰਦੇ ਨੂੰ ਪਤਾ ਸੀ, ਮਾਸਟਰ ਤਾਰਾ ਸਾਨੂੰ ਵੀ ਪਤਾ ਲੱਗ ਗਿਆ ਧੋਖਾ ਹੋ ਗਿਆ। ਜਦੋਂ ਤੁਹਾਡਾ ਵਿਸ਼ਵਾਸਘਾਤ ਧੋਖਾ ਹੋਇਆ ਜੀ, ਉਹਦਾ ਹੱਲ ਲੱਭਣ ਵਾਸਤੇ ਇੱਕ ਬੜੀ ਤਗੜੀ ਮੀਟਿੰਗ ਸੀ। ਇਹ 49 ਚ ਹੋਈ। 49 ਚ ਹੋਈ ਦਰਬਾਰ ਸਾਹਿਬ, ਇੱਕ ਬਿਲਡਿੰਗ ਦਾ ਨਾਮ ਆ ਸਮੁੰਦਰੀ ਹਾਲ ਜੀ, ਸਮੁੰਦਰੀ ਹਾਲ ਜੀ। ਉੱਥੇ ਜਦੋਂ ਸਾਰਾ ਧੋਖਾ ਹੋਇਆ ਉਸ ਟਾਈਮ ਮੈਨੂੰ ਇਹ ਗੱਲ ਅਕਾਲ ਤਖ਼ਤ ਦੇ ਜਥੇਦਾਰ ਅਜਨੋਆ ਸਾਹਿਬ ਨੇ ਦੱਸੀ ਸੀ। ਅੱਛਾ। ਅਜਨੋਆ ਸਾਹਿਬ ਅਕਾਲ ਤਖ਼ਤ ਦੇ ਜਥੇਦਾਰ ਸੀ, ਉਹ ਮੇਰੇ ਨਾਲ ਕਾਫੀ ਪਿਆਰ ਕਰਦੇ ਸਨ। ਉਹਨਾਂ ਮੈਨੂੰ ਇਹ ਗੱਲ ਸਾਰੀ ਦੱਸੀ ਕਿ ਉਹਨਾਂ ਨੂੰ ਇਹ ਗੱਲ ਦਾ ਪਤਾ ਸੀ ਪੂਰਾ। ਉੱਥੇ ਸਾਰੇ ਹੱਲ ਲੱਭਣ ਲੱਗੇ ਵੀ ਇਹ ਧੋਖੇ ਤੋਂ, ਵਿਸ਼ਵਾਸਘਾਤ ਤੋਂ ਕਿਵੇਂ ਬਚਿਆ ਜਾਵੇ, ਕਿਵੇਂ ਆਪਣਾ ਰਾਜ ਸਥਾਪਿਤ ਕੀਤਾ ਜਾਵੇ, ਕਿਵੇਂ ਹਿੰਦੂਆਂ ਤੋਂ ਵੱਖ ਹੋਇਆ ਜਾਵੇ ਜੀ। ਕਿਉਂਕਿ ਜਦੋਂ ਤੁਸੀਂ ਰੂਲ ਲੈਣਾ ਵਾ, ਰੂਲਰ ਤੋਂ ਤੁਹਾਨੂੰ ਵੱਖ ਹੋਣਾ ਪੈਣਾ। ਰੂਲਰ 'ਚ ਜਿਹੜੇ ਤੁਸੀਂ ਕਈ ਵਾਰ ਸੋਚਦੇ ਆ ਭਈ ਮੁਸਲਮਾਨਾਂ ਨਾਲ ਅਸੀਂ ਕਿਉਂ ਨਫ਼ਰਤ ਕਰਦੇ ਹਾਂ, ਕਈ ਵਾਰ ਇਹ ਗੱਲ ਆ ਜਾਂਦੀ ਹੈ। ਉਸ ਟਾਈਮ ਮੁਸਲਮਾਨ ਰੂਲਰ ਸੀ, ਮੁਗਲ ਰੂਲਰ ਸੀ ਜੀ। ਜਦੋਂ ਰੂਲਰ ਜ਼ੁਲਮ ਕਰੂਗਾ ਤਾਂ ਨਫ਼ਰਤ ਆਏਗੀ, ਆਟੋਮੈਟਿਕਲੀ ਨਫ਼ਰਤ ਆਉਣੀ ਆ। ਹਿੰਦੂ ਉਸ ਟਾਈਮ ਗੁਲਾਮ ਸੀ ਜੀ, ਇਸ ਕਰਕੇ ਉਹਨਾਂ ਨਾਲ ਥੋੜ੍ਹਾ ਜਿਹਾ ਮੇਲ ਮਿਲਾਪ ਹੋ ਗਿਆ। ਉਹ ਵੀ ਗੁਲਾਮ ਸੀ, ਅਸੀਂ ਵੀ ਗੁਲਾਮ ਸੀ, ਅਸੀਂ ਵੀ ਆਜ਼ਾਦੀ ਚਾਹੁੰਦੇ ਸੀ, ਉਹ ਵੀ ਆਜ਼ਾਦੀ ਚਾਹੁੰਦੇ ਸੀ। ਲੇਕਿਨ ਤੁਸੀਂ ਇਹ ਸਮਝਦੇ ਹੋ ਕਿ ਉਹ ਮਜ਼ਹਬੀ ਜੰਗ ਨਹੀਂ ਸੀ? ਨਹੀਂ, ਹਕੂਕ ਤੇ ਇਖਤਿਆਰਾਤ ਦੀ ਜੰਗ ਸੀ। ਸਾਡੀ ਮਜ਼ਹਬੀ ਜੰਗ ਅਸੀਂ ਨਾ ਹਿੰਦੂ ਨਾਲ ਹੈ, ਨਾ ਮੁਸਲਮਾਨਾਂ, ਨਾ ਕਿਸੇ ਹੋਰ ਧਰਮ ਨਾਲ ਹੈ ਜੀ। ਅਸੀਂ ਆਪਣੇ ਮਜ਼ਹਬ ਵਿਸ਼ਵਾਸ ਰੱਖਦੇ ਹਾਂ। ਅਸੀਂ ਇਹ ਯਕੀਨ ਕਰਦੇ ਹਾਂ ਵੀ ਦੂਜਾ ਵੀ ਆਪਣੇ ਮਜ਼ਹਬ ਵਿੱਚ ਉਨਾ ਹੀ ਵਿਸ਼ਵਾਸ ਰੱਖੇ ਜੀ। ਰੱਬ ਦੇ ਇਹ ਜਿਹੜੇ ਮਜ਼ਹਬ ਬਣਾਏ ਹੋਇਆ ਇਹਨਾਂ 'ਚ ਅਸੀਂ ਵਿਸ਼ਵਾਸ ਰੱਖਦੇ ਹਾਂ ਅਤੇ ਰਿਸਪੈਕਟ ਕਰਦੇ ਹਾਂ ਹਰ ਮਜ਼ਹਬ ਦੀ। ਸਾਡੀ ਮਜ਼ਹਬੀ ਜੰਗ ਨਹੀਂ ਸੀ, ਇਹ ਮਜ਼ਹਬੀ ਜੰਗ ਨਹੀਂ ਸੀ। ਮਤਲਬ ਅਗਰ ਮਜ਼ਹਬੀ ਜੰਗ ਹੁੰਦੀ ਤਾਂ ਤੁਹਾਨੂੰ ਇਹ ਪਤਾ ਹੈ ਕਿ ਉਸ ਜੰਗ ਦੇ ਵਿੱਚ ਸਿੱਖਾਂ ਦਾ ਸਾਥ ਮੁਸਲਮਾਨ ਵੀ ਦੇ ਰਹੇ ਸੀ। ਮਤਲਬ ਮਜ਼ਹਬੀ ਜੰਗ ਤਾਂ ਹੈ ਹੀ ਨਹੀਂ ਸੀ ਜੀ, ਇਹ ਤਾਂ ਰੂਲਰ ਦੇ ਖਿਲਾਫ ਸੀ। ਜਿਹੜਾ ਰੂਲਰ ਸੀ, ਰੂਲਰ ਇੱਕ ਮਨੁੱਖ ਗਲਤ ਵੀ ਹੋ ਸਕਦਾ, ਜਿਹੜਾ ਆਮ ਪਬਲਿਕ ਆ 100 ਸਹੀ ਵੀ ਹੋ ਸਕਦੇ ਆ। ਇਹ ਉਸ ਜ਼ੁਲਮ ਦੇ ਖਿਲਾਫ ਸੀ ਜਿਹੜਾ ਉਸ ਟਾਈਮ ਰੂਲਰ ਸੀ। ਰੂਲਰ ਹਿੰਦੂ ਹੋਏ ਜਾਂ ਮੁਸਲਮਾਨ ਹੋਏ ਜਾਂ ਸਿੱਖ ਹੋਏ। ਲੇਕਿਨ ਮੈਂ ਸਵਾਲ ਉਹ ਕਰ ਰਿਹਾ ਸੀ ਕਿ ਤੁਸੀਂ ਬੁਨਿਆਦ ਰੱਖੀ ਕਿ ਆਪਣੇ ਹਕੂਕ ਵਾਸਤੇ ਉਦੋਂ ਤੁਸੀਂ 49 ਬੈਠੇ, ਮਤਲਬ ਹੈ ਕਿ ਵੀ ਸਾਡਾ ਇੱਕ ਵਿਸ਼ਵਾਸ ਘਾਟ ਹੋ ਗਿਆ, ਮਤਲਬ ਹੈ ਅਸੀਂ ਇਹਨੂੰ ਕਿੱਦਾਂ ਗਾਂ ਕੀਤਾ ਜਾਏ। ਉਸ ਟਾਈਮ ਸਾਰੇ ਲੀਡਰਸ਼ਿਪ ਨੇ ਆਪਣਾ ਆਪਣਾ ਹੱਲ ਦੱਸਿਆ। ਜਿਹੜੀ ਅੱਜ ਮੈਂ ਗੱਲ ਕਹੂੰਗਾ ਇਹ ਬਹੁਤ ਲੋਕਾਂ ਨੂੰ, ਸਿੱਖਾਂ ਨੂੰ ਵੀ ਚੁਭਣੀ ਆ, ਪਰ ਇਹ ਗੱਲ ਸੱਚ ਆ ਕਿ ਉਸ ਮੀਟਿੰਗ ਦੇ ਵਿੱਚ ਇੱਕ ਗਿਆਨੀ ਸ਼ੇਰ ਸਿੰਘ ਨੰਦਾਰ ਅੰਨਾ ਸੀ, ਸਿੱਖ ਲੀਡਰ ਸੀ ਜੀ, ਹਾਂਜੀ। ਉਹਨੂੰ ਪ੍ਰੋਫੈਸਰ ਸ਼ੇਰ ਸਿੰਘ ਕਹਿੰਦੇ ਸੀ। ਅੱਛਾ। ਜਦੋਂ ਉਹਨੇ ਕਿਹਾ ਉਹ ਤੁਹਾਨੂੰ ਹੱਲ ਨਹੀਂ ਲੱਭਣਾ, ਲਿਆਓ ਮਾਈਕ ਮੇਰੇ ਵੱਲ ਜੀ। ਉਹਨੇ ਮਾਈਕ ਆਪਣੇ ਵੱਲ ਸੱਦ ਲਿਆ, ਮਾਈਕ 'ਤੇ ਪੱਟਾਂ 'ਚ ਹੱਥ ਮਾਰ ਕੇ ਕਹਿੰਦਾ ਦੇਖੋ ਹੱਲ ਹੈਗਾ, ਆਪਣਾ ਰਾਜ ਬਣ ਜਾਣਾ। ਇੱਕ ਤਰੀਕਾ ਜੇ ਇੱਥੇ 2 ਗਊਆਂ ਝਟਕਾਓ ਅਤੇ ਇਹ ਮੀਟ ਲੰਗਰ 'ਚ ਵਰਤਾ ਦਿਓ। ਦੋ ਮਤਲਬ ਗਊਆਂ ਝਟਕਾ ਕੇ ਉਹਨਾਂ ਦਾ ਬੀਫ ਸਿੱਖਾਂ 'ਚ ਵਰਤਾ ਦਿਓ ਜੀ। ਔਰ ਬੜੀ ਉਹਦੀ ਰੌਲੀ ਪਾਈ, ਸਾਰੇ ਕਹਿੰਦੇ ਇਹਦਾ ਹੱਲ ਕੀ ਆ, ਇੱਥੇ ਕਤਲੇਆਮ ਹੋਊਗਾ, ਲੜਾਈ ਹੋਏਗੀ, ਇਹ ਤਾਂ ਬੜੀ ਮਾੜੀ ਗੱਲ ਆ। ਉਹ ਕਹਿੰਦਾ ਅੱਗੇ 1000 ਸਿੱਖ ਮਰ ਗਿਆ, ਜੇ 150 ਹੋਰ ਮਰ ਜੂ ਕੀ ਉਹ ਚੱਲਿਆ, ਤੁਸੀਂ ਇੱਕ ਕੌਮ ਤੋਂ ਅਲੱਗਾ ਹੋ ਜਾਓਗੇ। ਯਾਨੀ ਇੱਕ ਤਫਰੀਕ ਦੱਸਣ ਵਾਸਤੇ ਇੱਕ ਸਿੱਖ ਤੇ ਹਿੰਦੂ 'ਚ ਫਰਕ ਕੀ ਹੈਗਾ? ਫਰਕ ਕੀ ਆ, ਅਸੀਂ ਹਿੰਦੂ ਨਹੀਂ ਹੈਗੇ। ਹਾਂਜੀ, ਹਿੰਦੂ ਨਹੀਂ ਹੈਗੇ। ਅਸੀਂ ਹਿੰਦੂ ਮਤ ਨਾਲ ਕੋਈ ਸਾਡਾ ਲਗਾਵ ਨਹੀਂ ਹੈਗਾ, ਅਸੀਂ ਬੁੱਤ ਪ੍ਰਸਤ ਨਹੀਂ ਹੈਗੇ। ਪਰ ਮਾਸਟਰ ਤਾਰਾ ਸਿੰਘ ਨਹੀਂ ਮੰਨਿਆ ਕਿਉਂਕਿ ਉਹ ਬੇਸਿਕ ਹਿੰਦੂ ਸੀ, ਉਹਦੇ ਜ਼ਹਿਨ ਵਿੱਚ ਹਿੰਦੂ ਸੀ, ਉਹ ਬੀਫ ਨਹੀਂ ਸੀ ਖਾਣਾ ਚਾਹੁੰਦਾ। ਅੱਛਾ। ਜਦੋਂ ਕਿ ਸਾਡੇ ਧਰਮ 'ਚ ਬੀਫ ਮਨਾ ਨਹੀਂ ਹੈ ਜੀ, ਪਰ ਕਿਉਂਕਿ ਅਸੀਂ ਉਹ ਸੁਸਾਇਟੀ 'ਚ ਰਹਿੰਦੇ ਅਸੀਂ ਖਾਧਾ ਨਹੀਂ। ਹਾਂਜੀ, ਇਸ ਵਾਸਤੇ ਮਤਲਬ ਹੈ ਅਸੀਂ ਉਸ ਕਰਕੇ ਜੇ ਉਹ ਗੱਲ ਹੋ ਜਾਂਦੀ ਉਸੇ ਦਿਨ ਤੋਂ ਇਹ ਪਤਾ ਲੱਗ ਜਾਣਾ ਸੀ ਸਿੱਖ ਉਹ ਨੇ, ਹਿੰਦੂ ਆ ਨੇ। ਅੱਛਾ ਜੀ। ਉਹ ਗੱਲ ਹੋਈ ਨਹੀਂ। ਪਰ ਇਹ ਕਦੀ ਨਹੀਂ ਕਹਿਣਾ ਪਈ ਅਸੀਂ ਖਾਲਿਸਤਾਨ ਦੀ ਲੜਾਈ ਬਾਅਦ 'ਚ ਸ਼ੁਰੂ ਕੀਤੀ ਹੈ। ਇਹ ਸਟਾਰਟ 1947 'ਚ ਅਗਲੇ ਦਿਨ ਹੀ ਸਾਨੂੰ ਪਤਾ ਲੱਗ ਗਿਆ ਸੀ ਕਿ ਸਾਡੇ ਨਾਲ ਵਿਸ਼ਵਾਸਘਾਤ ਹੋ ਗਿਆ। ਤੁਸੀਂ ਕਦੋਂ ਸ਼ਾਮਲ ਹੋਏ ਖਾਲਿਸਤਾਨ ਦੇ 'ਚ? ਮੈਂ 1975 'ਚ ਸ਼ਾਮਲ ਹੋਇਆ ਜੀ। ਉਹਦੀ ਕੋਈ ਖਾਸ ਵਜ੍ਹਾ? ਮੇਰਾ ਸ਼ਹੀਦ ਭਾਈ ਫੌਜਾ ਸਾਹਿਬ ਮੇਰੇ ਧਰਮ ਪਿਓ ਸੀ ਜੀ। ਅਜੇ ਉਹਨਾਂ ਦੀ ਵਾਈਫ ਜਿੰਦੀ ਆ, ਮੇਰੀ ਧਰਮ ਮਾਂ ਵਾ ਬੀਬੀ ਅਮਰਜੀਤ ਕੌਰ ਜੀ। ਉਹ 1978 13 ਅਪ੍ਰੈਲ ਨੂੰ ਸ਼ਹੀਦ ਹੋ ਗਏ ਸੀ, 13 ਸਿੰਘ। ਅੱਛਾ, ਉਹ ਇਸੇ ਖਾਲਿਸਤਾਨ ਸੇ ਸ਼ਹੀਦ? ਉਹ ਖਾਲਿਸਤਾਨ ਦੀ ਮੂਵਮੈਂਟ ਉਹਨਾਂ ਚਲਾਈ ਸੀ। ਅੱਛਾ। ਅਸੀਂ ਉਹਨਾਂ ਦੇ ਫਾਰਮ 'ਤੇ ਜਾਂਦੇ ਹੁੰਦੇ ਸਾਂ, ਸਾਨੂੰ ਉਹਨਾਂ ਤੋਂ ਸਿੱਖਿਆ ਮਿਲੀ, ਉਹਨਾਂ ਤੋਂ ਗਾਈਡੈਂਸ ਮਿਲੀ। ਪਰ ਉਹ ਜਦੋਂ 13 ਅਪ੍ਰੈਲ 1978 'ਚ ਸ਼ਹੀਦ ਹੋ ਗਏ ਅੰਮ੍ਰਿਤਸਰ,
ਉਸ ਤੋਂ ਬਾਅਦ ਮੈਨੂੰ ਜਿਹੜੇ ਵਿਰੋਧੀ ਸੀ ਸਿੱਖ ਧਰਮ ਦੇ ਉਹਨਾਂ ਉਕਸਾਇਆ ਵੀ ਤੇਰਾ ਪਿਓ ਮਰ ਗਿਆ, ਤੂੰ ਕੀ ਕਰਨ ਡਿਆ। ਮੈਂ ਉਸ ਟਾਈਮ ਓਪਨਲੀ ਇਸ ਮੂਵਮੈਂਟ 'ਚ ਆਇਆ। ਯਾਨੀ ਤੁਸੀਂ ਉਹਦੇ ਬਾਅਦ ਕਿ ਤੁਸੀਂ ਤੁਹਾਡਾ ਧਰਮ ਵਾਪਸੀ ਉਹਨੂੰ ਮਾਰਦਾ ਗਿਆ ਇਸ ਮੂਵਮੈਂਟ ਵਾਸਤੇ ਮਤਲਬ ਹੈ, ਲੇਕਿਨ ਇਹਦਾ ਮਤਲਬ ਹੈ ਕਿ ਤੁਸੀਂ ਜਜ਼ਬਾਤੀ ਤੌਰ ਤੇ ਆਏ ਜਾਂ ਕਿ ਮਜ਼ਹਬੀ ਤੌਰ ਤੇ ਆਏ ਕਿ ਵੀ ਸਿੱਖਾਂ ਦਾ, ਕਿਉਂਕਿ ਮਜ਼ਹਬ ਨਾ ਇਹ ਜਜ਼ਬਾਤੀ ਆ ਜੀ ਨਾ ਮਜ਼ਹਬੀ ਆ, ਇਹ ਸਾਡੀ ਪੋਲੀਟੀਕਲ ਲੜਾਈ ਆ। ਅਸੀਂ ਪੋਲੀਟੀਕਲ ਤੌਰ ਤੇ ਆਪਣਾ ਕੰਟਰੀ ਲੈਣਾ ਵਾ, ਅਸੀਂ ਉੱਥੇ ਰੂਲਰ ਸਾਂ, ਅੱਜ ਵੀ ਅਸੀਂ ਆਜ਼ਾਦ ਹਾਂ ਦਿਮਾਗੀ ਤੌਰ ਤੇ ਜੀ। ਅਸੀਂ ਉੱਥੇ ਆਜ਼ਾਦੀ ਪ੍ਰਾਪਤ ਕਰਨੀ ਆ ਔਰ ਬਹੁਤ ਜਲਦੀ ਹੋ ਜਾਣੀ ਆ। ਹਿੰਦੁਸਤਾਨ ਇਸ ਟਾਈਮ ਟੁੱਟ ਰਿਹਾ ਵਾ। ਅੱਛਾ ਜੀ। ਕਿਉਂ ਟੁੱਟ ਰਿਹਾ? ਹਿੰਦੁਸਤਾਨ ਦੀ ਹਰ ਸਟੇਟ ਪਾਵਰਫੁਲ ਬਣ ਰਹੀ ਆ, ਸੈਂਟਰ ਵੀਕ ਹੋ ਰਿਹਾ ਵਾ ਜੀ। ਹਿੰਦੁਸਤਾਨ 'ਚ ਸੈਂਟਰ ਇੰਨਾ ਇਸ ਟਾਈਮ ਵੀਕ ਹੈ ਕਿ ਇੱਕ ਪਿੰਡ ਦਾ ਸਰਪੰਚ ਵੀ ਪ੍ਰਾਈਮ ਮਿਨਿਸਟਰ ਦੇ ਅਗੇਂਸਟ ਬੋਲ ਰਿਹਾ ਵਾ। ਅੱਛਾ। ਇਹ ਕਦੀ ਅੱਗੇ ਹੋਇਆ ਨਹੀਂ ਜੀ। ਔਰ ਸਟੇਟਸ ਪਾਵਰ 'ਚ ਆ ਰਹੀਆਂ ਨੇ ਔਰ ਸਟੇਟ ਪਾਵਰ 'ਚ ਬਹੁਤ ਜਲਦੀ ਆਉਣਗੀਆਂ ਔਰ ਜਦੋਂ ਵੀ ਪਾਵਰ 'ਚ ਆਈਆਂ ਉਸ ਟਾਈਮ ਹਿੰਦੁਸਤਾਨ 'ਚ ਕਈ ਟੋਟੇ ਹੋਣੇ ਆ। ਗੱਲਾਂ ਖਾਲਿਸਤਾਨੀ ਨਹੀਂ, ਪਰ ਸਾਡੀ ਗਲਤੀ ਇਹ ਹੈ ਜੰਮੂ ਕਸ਼ਮੀਰ ਵਰਗੀ ਸਟੇਟ ਅਤੇ ਪੰਜਾਬ ਵਰਗੀ ਸਟੇਟ ਜਿੱਥੇ ਇੰਨਾ ਕਤਲੇਆਮ ਹੋ ਰਿਹਾ ਔਰ ਇੰਨਾ ਕਤਲੇਆਮ ਹੋਇਆ, ਮੁਸਲਮਾਨ ਭਰਾ ਵੀ ਰੋਜ਼ ਮਰੇ ਆ ਔਰ ਸਿੱਖ ਵੀ ਮਾਰੇ ਆ ਔਰ ਬਲੈਕ ਲਿਸਟਾਂ ਸਿਰਫ ਪਾਕਿਸਤਾਨ 'ਚ ਨਹੀਂ, ਹੋਰ ਕਿਸੇ ਕੰਟਰੀ 'ਚ ਨਹੀਂ, ਵਰਲਡ 'ਚ ਕਿਤੇ ਨਹੀਂ ਬਣੀਆਂ ਸਿਵਾਏ ਹਿੰਦੁਸਤਾਨ 'ਚ, ਔਰ ਉਹ ਬਣੀਆਂ ਸਿਰਫ ਸਿੱਖਾਂ ਦੀਆਂ ਅਤੇ ਮੁਸਲਮਾਨਾਂ ਦੀਆਂ। ਯਾਨੀ ਮਾਰੇ ਵੀ ਉਹਨਾਂ ਨੇ ਤੇ ਬਲੈਕ ਲਿਸਟ ਵੀ ਤੁਹਾਨੂੰ ਗੱਲ ਦਾ ਮਤਲਬ ਮਾਰੇ ਵੀ ਉਹਨਾਂ ਨੇ ਔਰ ਬਲੈਕ ਲਿਸਟਾਂ ਵੀ ਸਾਡੀਆਂ। ਕਿਸੇ ਹਿੰਦੂ ਦੀ ਬਲੈਕ ਲਿਸਟ ਦੱਸੋ ਜੀ ਹਿੰਦੁਸਤਾਨ 'ਚ? ਪੂਰੀ ਸਟੇਟ 'ਚ ਉਹਨਾਂ ਨੇ ਬੰਬ ਧਮਾਕੇ ਕੀਤੇ, ਮਾਰੇ। ਆ ਕੱਲ੍ਹ ਦਾ ਰਾਵਣ ਜੀ ਮਰਿਆ ਨਾ, ਰਾਵਣ ਬੰਬੇ ਵਿੱਚ, ਬਾਲ ਠਾਕਰੇ। ਹਾਂਜੀ, ਇਹ ਰਾਵਣ ਸੀ। ਅੱਛਾ ਜੀ। ਜਿੱਦਾਂ ਲੰਕਾ ਰੋਈ ਸੀ ਨਾ ਰਾਵਣ ਦੇ ਮਨ ਤੇ, ਇੱਦਾਂ ਬੰਬਈ ਰੋਈ ਰਾਵਣ ਦੇ ਮਨ ਤੇ। ਅੱਛਾ ਅੱਛਾ। ਇਹ ਰਾਵਣ ਦੇ ਮਨ ਤੇ, ਉਹ ਐਂਟੀ ਮੁਸਲਮਾਨ ਸੀ, ਐਂਟੀ ਘੱਟ ਗਿਣਤੀਆਂ ਸੀ ਔਰ ਉਹ ਕੋਈ ਵੀ ਹਿੰਦੂ ਭਾਵੇਂ ਉਹ 100 ਕਤਲ ਕਰਦੇ ਹਿੰਦੁਸਤਾਨ 'ਚ, ਭਾਵੇਂ ਉਹ ਜਿੰਨੇ ਮਰਜ਼ੀ ਬੰਬ ਧਮਾਕੇ ਕਰਦੇ, ਜੇਲ੍ਹਾਂ 'ਚ ਕਿੰਨੇ ਪਏ ਆ, ਪਰ ਕਿਸੇ ਹਿੰਦੂ ਦੀ ਬਲੈਕ ਲਿਸਟ ਨਹੀਂ ਬਣੇਗੀ। ਬਲੈਕ ਲਿਸਟ ਬਣੇਗੀ ਸਿੱਖ ਦੀ, ਬਲੈਕ ਲਿਸਟ ਬਣੇਗੀ ਮੁਸਲਮਾਨ ਦੀ। ਭਾਈ ਦਾ ਹੱਲ ਵੀ ਹੈਗਾ ਹਾਂਜੀ ਇਹਦਾ। ਜੇ ਉਹ ਬਲੈਕ ਲਿਸਟਾਂ ਬਣਾਉਂਦੇ ਤਾਂ ਅਸੀਂ ਉਹਨਾਂ ਦੀਆਂ ਕਿਉਂ ਨਹੀਂ ਬਲੈਕ ਲਿਸਟਾਂ ਬਣਾਉਂਦੇ? ਅੱਛਾ, ਸਾਨੂੰ ਵੀ ਸਾਡੇ ਉੱਤੇ ਜ਼ਾਲਮਾਂ ਦੀਆਂ ਬਲੈਕ ਲਿਸਟਾਂ ਬਣਾ ਕੇ ਦੁਨੀਆ ਨੂੰ ਦੱਸਣਾ ਚਾਹੀਦਾ ਕਿ ਇਹ ਜ਼ਾਲਮ ਲੋਕ ਨੇ, ਇਹ ਪੀਸਫੁਲ, ਇਹ ਡੈਮੋਕ੍ਰੇਟਿਕ ਕੰਟਰੀ ਨਹੀਂ ਹੈਗਾ, ਇਹ ਜ਼ਾਲਮ ਲੋਕ ਆ ਔਰ ਇਹਨਾਂ ਦੀ ਬਲੈਕ ਲਿਸਟ ਕਰਕੇ ਪਬਲਿਕ 'ਚ ਦੱਸਣੀ ਚਾਹੀਦੀ ਆ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਜਿਹੜੇ ਕੰਟਰੀ 'ਚ ਆਉਣ ਇਹਨਾਂ ਦੇ ਖਿਲਾਫ ਮੁਜ਼ਾਹਰੇ ਕੀਤੇ ਜਾਣ, ਉਹਨਾਂ ਦੀ ਗੌਰਮੈਂਟਾਂ ਨੂੰ ਦੱਸਿਆ ਜਾਣ ਇਹ ਕਾਤਲ ਨੇ, ਗੁੰਡੇ ਨੇ, ਬਦਮਾਸ਼ ਨੇ। ਅੱਛਾ, ਬ੍ਰਾਹਮਣ ਮਤਲਬ ਜਿਹੜੇ ਕੋਈ ਬ੍ਰਾਹਮਣ ਹੋਏ ਜੀ, ਉੱਥੇ ਕੋਈ ਰੂਲਰ ਹੋਏ, ਭਾਵੇਂ ਉਹ ਹਰੀਜਨ ਹੈ, ਭਾਵੇਂ ਉਹ ਰਵਿਦਾਸੀ ਆ, ਭਾਵੇਂ ਉਹ ਸਿੱਖ ਆ, ਭਾਵੇਂ ਉਹ ਕੋਈ ਹੋਰ ਹੈ, ਰੂਲਰ ਨੇ। ਵੇਖੋ ਇੱਕ ਤਰੀਕਾ ਹਿੰਦੁਸਤਾਨ ਦਾ, ਉਹਨੇ ਮੁਸਲਮਾਨ ਨੂੰ ਮੁਸਲਮਾਨ ਕੋ ਮਰਾਉਣਾ, ਸਿੱਖ ਨੂੰ ਸਿੱਖ ਕੋ ਮਰਾਉਣਾ, ਇਹ ਮੁਸਲਮਾਨ ਦਾ ਇੱਕ ਤਰੀਕਾ ਵਾ। ਉਹਨੇ ਵੇਖੋ ਜਿਹੜਾ ਸਰਵਿਸ ਕਰਦਾ ਵਾ, ਜਿਹੜਾ ਹਿੰਦੁਸਤਾਨ 'ਚ ਮੁਸਲਮਾਨ ਸਰਵਿਸ ਕਰਦਾ, ਸਿੱਖ ਸਰਵਿਸ ਕਰਦਾ, ਉਹਨੇ ਜੇ ਕਸ਼ਮੀਰੀ ਮਰਾਉਣੇ ਆ ਉੱਥੇ ਮੁਸਲਮਾਨ 4 ਅਫਸਰ ਭੇਜ ਦੇਣੇ ਆ ਅਤੇ ਨਾਲ 50 ਹਿੰਦੂ ਭੇਜਣੇ ਆ। ਜੇ ਸਿੱਖ ਮਰਾਉਣੇ ਆ 2 ਜਨਰਲ ਸਿੱਖ ਭੇਜ ਦੇਣੇ ਆ, 100 ਹਿੰਦੂ ਭੇਜਣਾ। ਠੀਕ ਹੈ। ਉਹ ਜਿਹੜਾ ਥੱਲੇ ਸਿਪਾਹੀ ਆ ਉਹ ਜਨਰਲ ਕੋ ਵੀ ਉਹਨੂੰ ਵੱਧ ਪਾਵਰ ਦਿੱਤੀ ਆ ਵੀ ਜੇ ਜਨਰਲ ਐਂ ਟੀਫ ਨਹੀਂ ਕਰੇ ਤੂੰ ਇਹਨੂੰ ਗੋਲੀ ਮਾਰ ਦੀ। ਅੱਛਾ, ਹਾਂਜੀ, ਵੀ ਕਹਿ ਦੀ ਸਿੱਖਾਂ ਨੇ ਮਾਰਤਾ, ਮੁਸਲਮਾਨਾਂ ਨੇ ਮਾਰਤਾ। ਇਹ ਬੜੀ ਚਲਾਕ ਕੌਮ ਹੈ। ਇਸ ਕਰਕੇ ਇਹ ਨਾ ਕਹੋ ਕਲਾ ਹਿੰਦੂ ਬੈਕਗਰਾਊਂਡ ਜਿਹੜੀ ਥਿੰਕਿੰਗ ਹੈ ਉਹ ਉਹਨਾਂ ਦੀ ਆ, ਉਹ ਮਰਾਉਂਦੇ ਸਿੱਖਾਂ ਨੂੰ ਸਿੱਖਾਂ ਕੋਲੋਂ, ਮੁਸਲਮਾਨਾਂ ਨੂੰ ਮੁਸਲਮਾਨਾਂ ਕੋਲੋਂ। ਅੱਛਾ ਠੇਕੇਦਾਰ ਸਾਹਿਬ, ਇਹ ਦੱਸੋ ਕਿ ਤੁਸੀਂ ਸਨ 75 ਦੇ ਨਾਲ ਸ਼ਾਮਲ ਹੋਏ, ਮਤਲਬ ਹੈ ਜਿਵੇਂ ਤੁਸੀਂ ਕਿਹਾ ਕਿ ਇੱਕ ਪੋਲੀਟੀਕਲ ਲੜਾਈ ਸੀ, ਮਤਲਬ ਹੈ, ਔਰ ਹਾਲੇ ਵੀ ਤੁਸੀਂ ਪੋਲੀਟੀਕਲ ਲੜਾਈ ਸਮਝਦੇ ਹੋ, ਤੇ ਫਿਰ ਇਹ ਪੋਲੀਟੀਕਲ ਲੜਾਈ ਦੇ ਵਿੱਚ ਫਿਰ ਇਹ ਮਿਲੀਟੈਂਟਸ ਕਿਸ ਤਰ੍ਹਾਂ ਬਣ ਗਈ? ਮਤਲਬ ਇਹ ਕਿਸ ਤਰ੍ਹਾਂ ਮਤਲਬ ਉੱਥੇ ਜਿਹੜੇ ਮਤਲਬ ਸਿੱਖਾਂ ਨੂੰ ਮਤਲਬ ਸਰੇਆਮ ਮਾਰਿਆ ਗਿਆ, ਔਰ ਜਦੋਂ ਸਿੱਖ ਮਾਰੇ ਗਏ ਤੇ ਇਹ ਤੋਂ ਬਾਅਦ ਪਤਾ ਲੱਗਾ ਕਿ ਵੀ ਕਿੰਨੇ ਮਾਰੇ, ਲੇਕਿਨ ਉਹ ਇਲਜ਼ਾਮ ਜਿਹੜਾ ਨਾ ਉਹ ਖਾਲਿਸਤਾਨੀ ਦਾ ਲੱਗੇ, ਮਤਲਬ ਇਹਦੀ ਕੀ ਵਜ੍ਹਾ? ਫਿਰ ਮਤਲਬ ਇਹਦੇ ਤਸ਼ੱਦਦ। ਦੇਖੋ ਜੀ, ਇਹ ਤੁਸੀਂ ਬੁੱਕਾਂ ਪੜ੍ਹ ਲਓ। ਜਨਰਲ ਬਰਾੜ ਨੇ ਕਿਹਾ ਮੈਂ 7000 ਪੰਜਾਬ ਵਿੱਚ ਅੱਤਵਾਦੀ ਬਣਾ ਕੇ ਵਿੱਚ ਵਾੜ ਦਿੱਤਾ, ਸਿੱਖਾਂ ਵਾਲਾ, ਦਾੜੀਆਂ ਵਾਲਾ। 7000 ਬੰਦਾ ਜਿਹੜਾ ਕਿ ਸਿੱਖੀ ਰੂਪ ਦੇ ਵਿੱਚ ਸਿੱਖ ਲੱਗੇ, ਕੇਸਰੀ ਪੱਗਾਂ ਬੱਧੀਆਂ ਹੋਣ, ਹੱਥਾਂ 'ਚ ਗੰਨਾਂ ਫੜਾਤੀਆਂ। ਮੈਂ ਜਿਵੇਂ ਪਹਿਲੇ ਵੀ ਕਿਹਾ, ਸਿੱਖਾਂ ਨੂੰ ਸਿੱਖ ਮਰਵਾਉਂਦੇ ਨੇ, ਉਹਨਾਂ ਕੋਲ ਉਹ ਕੰਮ ਕਰਾਏ, ਮਾੜੇ ਕੰਮ ਕਰਵਾਏ। ਜਿਹੜੇ ਅਸਲੀ ਖਾਲਿਸਤਾਨੀ ਸੀ, ਜਿਹੜੇ ਧਾਰਮਿਕ ਸਨ, ਜਿਨ੍ਹਾਂ ਨੂੰ ਪਤਾ ਸੀ ਇਨਸਾਨੀਅਤ ਦਾ, ਉਹ ਕਤਲ ਨਹੀਂ ਸੀ ਕਰਦੇ। ਅੱਛਾ,
ਕਤਲ ਉਹ ਕਰਦੇ ਸੀ ਜਿਹੜੇ ਸਰਕਾਰ ਦੇ ਗੁੰਡੇ ਸਨ, ਜਿਹੜੇ ਵਿੱਚ ਵਾੜੇ ਹੋਏ ਸਨ 7000 ਬੰਦਾ, ਉਹ ਕਤਲ ਕਰਦੇ ਸਨ ਔਰ ਸਿੱਖਾਂ ਦੇ ਨਾਲ ਲੱਗਦੇ ਸਨ। ਉਹ ਆਪੇ ਲੈਟਰ ਹੈਡ ਬਣਾਏ, ਆਪੇ ਸੁੱਟ ਦੇਣੇ। ਇਹ ਮੂਵਮੈਂਟ ਨੂੰ ਬਦਨਾਮ ਕਰਕੇ ਰੱਖ ਦਿੱਤਾ ਔਰ ਇਹ ਸਰਕਾਰ ਦਾ ਕੰਮ ਆ, ਸਿੱਖਾਂ ਦਾ ਨਹੀਂ ਹੈਗਾ। ਅੱਛਾ, ਤੁਸੀਂ ਕਹਿੰਦੇ ਕੋਈ ਸਿੱਖਾਂ ਖਾਲਿਸਤਾਨੀ ਸਿੱਖ ਦਾ ਕੋਈ ਹੱਥ ਨਹੀਂ ਹੈਗਾ? ਕੋਈ ਖਾਲਿਸਤਾਨੀ ਜਿਹੜਾ ਆਪਣਿਆਂ ਨੂੰ ਕਹਿੰਦਾ ਵਾ ਉਹ ਧਰਮ ਵਿੱਚ ਬੱਝਿਆ ਹੋਇਆ, ਉਹਦੀ ਇੱਕ ਰੇਖਾ ਵਾ, ਉਹ ਕੋਈ ਜ਼ੁਲਮ ਨਹੀਂ ਕਰ ਸਕਦਾ, ਨਾ ਉਹ ਜ਼ਾਲਮ ਆ। ਉਹ ਤਾਂ ਦੁਸ਼ਮਣ ਨੂੰ ਵੀ ਪਾਣੀ ਦੀ ਲੋੜ ਪਏ ਤਾਂ ਉਹਨੂੰ ਪਿਆਲਣ ਵਾਲਾ ਬੰਦਾ ਵਾ। ਇਸ ਕਰਕੇ ਸਿੱਖ ਜ਼ਾਲਮ ਨਹੀਂ ਹੈਗਾ। ਅੱਛਾ, ਇਹ ਦੱਸੋ ਕਿ ਮਤਲਬ ਹੈ ਉਦੋਂ ਇਹ ਵੀ ਇੱਕ ਬੜਾ ਪ੍ਰੋਪੇਗੈਂਡਾ ਹੋਇਆ ਕਿ ਵੀ ਇਹ ਸਿੱਖਾਂ ਨੂੰ ਮਤਲਬ ਹੈ ਪਾਕਿਸਤਾਨ ਬੜਾ ਸਪੋਰਟ ਕਰਦਾ ਪਿਆ, ਇਹ ਸਾਰੇ ਅਸਲਾ ਦੇ ਰਿਹਾ ਜਾਂ ਪੈਸੇ ਦੇ ਰਿਹਾ ਮਤਲਬ ਹੈ, ਤੇ ਤੁਸੀਂ ਤੇ ਮਤਲਬ ਖਾਲਿਸਤਾਨ ਦੀ ਇੱਕ ਜੰਗ ਲੜੀ ਵੀ ਹੈ, ਲੜਦੇ ਵੀ ਪਏ। ਜੇ ਪਾਕਿਸਤਾਨ ਨੇ ਜੀ ਅਸਲਾ ਦਿੱਤਾ ਹੁੰਦਾ ਤੇ ਅੱਜ ਖਾਲਿਸਤਾਨ ਬਣਿਆ ਹੁੰਦਾ। ਅੱਛਾ, ਨਾ ਤਾਂ ਪਾਕਿਸਤਾਨ ਨੇ ਅਸਲਾ ਦਿੱਤਾ, ਨਾ ਪਾਕਿਸਤਾਨ ਨੇ ਕੋਈ ਸਪੋਰਟ ਕੀਤੀ। ਅਸੀਂ ਚਾਹੁੰਦੇ ਸਾਂ ਪਾਕਿਸਤਾਨ ਸਪੋਰਟ ਕਰੇ, ਪਰ ਪਾਕਿਸਤਾਨ ਦੀ ਆਪਣੀ ਹੋ ਸਕਦਾ ਕੋਈ ਮਰਿਆਦਾ ਹੋਏ, ਆਪਣਾ ਉਹਦਾ ਕੋਈ ਢੰਗ ਹੋਏ, ਪਰ ਸਾਡੀ ਮਦਦ ਨਹੀਂ ਹੋਈ। ਅਸੀਂ ਚਾਹਾਂਗੇ ਮਦਦ ਕੀਤੀ ਜਾਵੇ। ਸਾਡੇ ਪਾਕਿਸਤਾਨੀ ਸਾਡੇ ਭਰਾ ਨੇ ਜੀ, ਸਾਡੇ ਬੋਲੀ ਇੱਕ ਹੈ, ਸਾਡਾ ਪਹਿਰਾਵਾ ਇੱਕ ਹੈ, ਸਾਡਾ ਖਾਣ ਪੀਣ ਇੱਕ ਹੈ। ਅਸੀਂ ਮੈਂ ਪਾਕਿਸਤਾਨ ਕਈ ਵਾਰ ਗਿਆ, ਜਦੋਂ ਉੱਥੇ ਜਾਈਦਾ ਸਾਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਵੀ ਅਸੀਂ ਆਪਣੇ ਪੰਜਾਬ 'ਚ ਆ ਕਿ ਪਾਕਿਸਤਾਨ ਪੰਜਾਬ 'ਚ ਆ ਜੀ। ਪਰ ਅਸੀਂ ਚਾਹੁੰਦੇ ਹਾਂ ਵੀ ਕੋਈ ਭਰਾ ਸਾਡੀ ਬਾਂਹ ਫੜੇ, ਭਾਵੇਂ ਪਾਕਿਸਤਾਨੀ ਨਾਗਰਿਕ ਹੋਵੇ, ਭਾਵੇਂ ਪਾਕਿਸਤਾਨ ਦੀ ਗੌਰਮੈਂਟ ਹੋਵੇ, ਕਿਉਂਕਿ ਉਹ ਸਾਡੇ ਭਰਾ ਹੀ ਭਰਾਵਾਂ ਕੋਲ ਜਾਣਾ ਵਾ ਮਦਦ ਮੰਗਣ। ਉਹ ਦੇਣ ਨਾ ਦੇਣ ਉਹਨਾਂ ਦੀ ਮਰਜ਼ੀ ਆ, ਪਰ ਜੋ ਅੱਜ ਤੱਕ ਜੋ ਮੇਰੀ ਨੌਲੇਜ ਆ ਪਾਕਿਸਤਾਨ ਨੇ ਕੋਈ ਮਦਦ ਨਹੀਂ ਕੀਤੀ ਔਰ ਕਰਨੀ ਚਾਹੀਦੀ ਸੀ ਤੁਹਾਨੂੰ ਪਤਾ ਹੈ। ਇਹ ਦੱਸੋ ਕਿ ਜਦੋਂ 1984 ਦੇ ਅੰਦਰ ਦਰਬਾਰ ਸਾਹਿਬ ਤੇ ਹਮਲਾ ਹੋਇਆ ਮਤਲਬ ਹੈ, ਤੁਸੀਂ ਇਹਦੀ ਕੋਈ ਤਾਰੀਖ ਥੋੜੀ ਦੱਸੋਗੇ ਮਤਲਬ ਹੈ? ਵੇਖੋ ਜੀ, ਇਹ ਸਿੱਧੀ ਗੱਲ ਆ। ਅਸੀਂ ਜੋ ਸਟੇਜਾਂ 'ਤੇ ਕਹਿੰਦੇ ਆ, ਅੱਜ ਵੀ ਕਹਿੰਦੇ ਆ, ਅਸੀਂ 16000 ਅਬਦਾਲੀ ਕੋ ਕੁੜੀ ਛਡਾਈ, ਟਕੇ ਕੁੜੀ ਜਿਹੜੀ ਉਹ ਅਫਗਾਨਿਸਤਾਨ 'ਚ ਵਿਕਦੀ ਸੀ, ਕਾਬਲ ਕੰਧਾਰ 'ਚ ਵਿਕਦੀ ਸੀ। ਇਹ ਗੱਲ ਹਿੰਦੂ ਨੂੰ ਅੱਜ ਚੰਗੀ ਨਹੀਂ ਲੱਗਦੀ। ਉਹ ਕਹਿੰਦਾ ਹੈ ਸਾਡੀਆਂ ਕੁੜੀਆਂ ਛਡਾਈਆਂ ਇਹਨਾਂ ਸਿੱਖਾਂ ਨੇ। ਉਹਨਾਂ ਨੂੰ ਇਹ ਚੁੱਭਦੀ ਸੀ ਗੱਲ ਜਦੋਂ ਅਸੀਂ ਸਟੇਜਾਂ 'ਤੇ ਕਹਿੰਦੇ ਆ ਇਹਨਾਂ ਦੀ ਅਸੀਂ ਮੁਗਲ ਕੁੜੀਆਂ ਲੈ ਜਾਂਦੇ ਸੀ। ਇਹ ਕਹਿੰਦੇ ਯਾਰ ਅਸੀਂ ਤਾਂ ਰੂਲਰ ਆ, ਸਾਡੀਆਂ 16,000 ਲੈ ਜਾਂਦੇ ਸੀ। ਉਹ ਟਿਕ ਦੀਆਂ ਵਿਕਦੀਆਂ ਸੀ, ਬਾਜ਼ਾਰਾਂ 'ਚ ਵਿਕਦੀਆਂ ਸੀ। ਔਰ ਉਹਨਾਂ ਤੋਂ ਇਹਨਾਂ ਦਾ ਇੱਕ ਜਿਵੇਂ ਅਜੇ ਅਸੀਂ ਉਹਨੇ ਕਾਬਲ ਨਹੀਂ ਹੋਏ ਵੀ ਸਾਡਾ ਵੀ ਇੱਕ ਥਿੰਕ ਟੈਂਕ ਬਣੇ। ਉਹਨਾਂ ਦੇ ਥਿੰਕ ਟੈਂਕ ਹਿੰਦੁਸਤਾਨ 'ਚ ਬੜੇ IPS IAS ਅਫਸਰ ਬੜੇ ਅਫਸਰ ਬੈਠੇ ਨੇ। ਉਹ ਸੋਚਦੇ ਅਟੈਕ ਕਿੱਦਾਂ ਕੀਤਾ ਜੇ ਇਸ ਕੌਮ ਨੂੰ। ਇਹ ਬੜੀ ਆਪਣੇ ਆਪ ਨੂੰ ਜੁਝਾਰੂ ਸਮਝਦੀ ਆ ਸਿੱਖ ਕੌਮ। ਉਹਨਾਂ ਨੇ ਇੱਕ ਰੰਜਿਸ਼ ਦੀ ਤਾਕਤ, ਇੱਕ ਬਦਲਾ ਲੈਣ ਦੀ ਖਾਤਰ ਦਰਬਾਰ ਸਾਹਿਬ 'ਤੇ ਅਟੈਕ ਹੋਇਆ। ਕੋਈ ਰੀਜ਼ਨ ਨਹੀਂ ਸੀ। 200-250 ਬੰਦਾ ਦਰਬਾਰ ਸਾਹਿਬ, ਅਸੀਂ ਆਪਣੇ ਘਰ ਬੈਠੇ ਹਾਂ, ਅਸੀਂ ਆਪਣੇ ਗੁਰੂ ਘਰ 'ਚ ਬੈਠੇ ਹਾਂ, ਕਿਸੇ ਨੂੰ ਕੀ ਇਤਰਾਜ਼ ਆ? ਸਹੀ ਹੈ। ਦੇਖੋ ਨਾ, ਜੇ ਸੰਤ ਜਰਨੈਲ ਸੋਨੀ ਉੱਥੇ ਬੈਠੇ ਆ, ਉਹ ਆਪਣੇ ਗੁਰੂ ਘਰ 'ਚ ਬੈਠੇ ਆ। ਜੇ ਉਹ 'ਚ ਹਿੰਦੂਆਂ ਨੂੰ ਕੀ ਇਤਰਾਜ਼ ਆ? ਜੇ ਅਸੀਂ ਭਾਵੇਂ ਉੱਥੇ 20 ਸਾਲ ਬੈਠੀਏ, 50 ਸਾਲ ਬੈਠੀਏ, ਕਿਸੇ ਨੂੰ ਕੀ ਇਤਰਾਜ਼ ਆ? ਅਟੈਕ ਕਰਨ ਦਾ ਕੋਈ ਮਤਲਬ ਹੀ ਨਹੀਂ ਸੀ ਦਰਬਾਰ ਸਾਹਿਬ 'ਤੇ, ਬਿਲਕੁਲ ਕੋਈ ਮਤਲਬ ਨਹੀਂ ਸੀ। ਇਹ ਬਦਲਾਖੋਰ ਨੀਤੀ ਦਾ ਨਤੀਜਾ ਵਾ। ਇੰਦਰਾ ਗਾਂਧੀ ਬੜੀ ਇੱਕ ਮਾੜੀ ਔਰਤ ਸੀ ਜੀ, ਔਰ ਉਸ ਨੇ ਇਹ ਬਦਲਾ ਲੈਣ ਦੀ ਖਾਤਰ ਅਡਵਾਨੀ ਸਾਹਿਬ ਕਹਿੰਦਾ ਮੈਂ ਉਹਦੇ ਕੋਲ ਅਟੈਕ ਕਰਵਾਇਆ, ਆਪਣੀ ਬੁੱਕ 'ਚ ਲਿਖਦਾ। ਅਡਵਾਨੀ ਕਹਿੰਦਾ ਮੈਂ ਅਟੈਕ ਕਰਾਇਆ। ਵੇਖੋ, ਹਿੰਦੂ ਭਾਵੇਂ ਕਾਮਰੇਡ ਹੋਏ, ਹਿੰਦੂ ਭਾਵੇਂ ਕਾਂਗਰਸੀ ਹੋਵੇ, ਹਿੰਦੂ ਭਾਵੇਂ ਜਨਸੰਘੀ ਹੋਵੇ, ਹਿੰਦੂ ਭਾਵੇਂ ਹੋਰ ਕਿਸੇ ਪਾਰਟੀ ਦਾ ਹੋਵੇ, ਉਹ ਜਨਾਈਟ ਆ। ਉਹ ਘੱਟ ਗਿਣਤੀਆਂ ਦੇ ਖਿਲਾਫ ਇਕੱਠਾ ਵਾ, ਅਕਲੀਤਾਂ ਦੇ ਖਿਲਾਫ ਇਕੱਠਾ। ਉਹ ਜਨਾਈਟ ਹੈ। ਉਹ ਹਿੰਦੂ ਆ। ਉਹਨੂੰ ਦੁਸ਼ਮਣ ਲੱਭਦਾ ਸਾਹਮਣੇ, ਇਹ ਸਿੱਖ ਆ, ਆ ਮੁਸਲਮਾਨ ਆ, ਇਹ ਕ੍ਰਿਸਚਨ ਹੈ, ਉਹਨੇ ਉਹਦੇ 'ਤੇ ਅਟੈਕ ਕਰਨਾ ਹੀ ਕਰਨਾ। ਅੱਛਾ, ਹਾਂਜੀ। ਤੁਸੀਂ ਇਹ ਦੱਸੋ ਕਿ ਉਸ ਦਰਬਾਰ ਸਾਹਿਬ ਜਿਹੜਾ ਅਟੈਕ ਹੋਇਆ ਕਿੰਨੇ ਸਿੱਖ ਮਤਲਬ ਮਾਰੇ ਗਏ? ਮੇਰੇ ਖਿਆਲ 4-5 ਹਜ਼ਾਰ ਸਿੱਖ ਕਤਲੇਆਮ ਹੋਇਆ ਜੀ, ਸ਼ਹੀਦ ਹੋਇਆ ਜੀ। ਅੱਛਾ, ਹੁਣ ਤੱਕ ਤੁਹਾਡੇ ਕੋਲ ਕੋਈ ਬਕਾਇਦਾ ਕਨਫਰਮ ਲਿਸਟ ਬਣੀ ਹੈ ਕਿ ਵੀ ਇੰਨੇ ਇਸ ਖਾਲਿਸਤਾਨ ਦੀ ਤਾਰੀਖ 'ਚ ਇੰਨੇ ਸਿੱਖ ਜਿਹੜੇ ਨੇ ਉਸ ਹਿੰਦੂ? ਵੇਖੋ ਜੀ, ਸਾਡੀ ਮਾੜੀ ਕਿਸਮਤ ਹੈ। ਪ੍ਰਕਾਸ਼ ਸਿੰਘ ਬਾਦਲ ਜਿਹੜਾ ਪੰਜਾਬ ਦਾ ਸਿੱਖ ਲੱਗਦਾ, ਢੱਠੀ ਜੀ ਪੱਗ ਰੱਖੀ ਆ, ਸਾਡੇ ਵਰਗੀ ਦਾੜੀ ਆ, ਮੁੱਛਾਂ ਉਹਦੀਆਂ, ਉਹ ਸਿੱਖ ਨਹੀਂ ਹੈਗਾ। ਮੈਂ ਅੱਜ ਕਲੀਅਰ ਕੱਟ ਕਹਿ ਦਿਆਂ। ਇਹ ਤੇ ਜਿਹੜੇ ਉਹ ਸਿੱਖ ਭਾਲੇ ਹੋਏ ਆ, ਉਹ ਸਿੱਖਾਂ ਹਿੰਦੂਆਂ ਨਾਲੋਂ ਵੀ ਜ਼ਿਆਦਾ ਜ਼ਾਲਮ ਹੈ ਜੀ। ਉਹ ਇਸ ਤਰੀਕੇ ਨਾਲ ਸਾਨੂੰ ਮਾਣ ਰਿਹਾ। ਜੇ ਪੰਜਾਬ ਦੀ ਗੌਰਮੈਂਟ ਅੱਜ ਚਾਹਵੇ ਇਨਫੋਰਮੇਸ਼ਨ ਦੇਣੀ ਵੀ ਅੱਜ ਤੱਕ 50 ਸਾਲ 'ਚ ਕਿੰਨੇ ਸਿੱਖ ਮਰੇ ਆ, 3 ਦਿਨ ਦੀ ਇਨਫੋਰਮੇਸ਼ਨ ਆ, 3 ਦਿਨਾਂ 'ਚ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਪੈਂਦੀ ਆ, ਉਹ ਦੇ ਨਹੀਂ ਰਹੇ। ਇਹ ਤਾਂ ਕਹਿੰਦੇ ਆ ਉਹ 17,000 ਪੁਲਿਸ ਅਫਸਰ ਨੂੰ ਤਰੱਕੀਆਂ ਦਿੱਤੀਆਂ ਗਈਆਂ। ਜੇ 17,000 ਪੁਲਿਸ ਅਫਸਰ ਨੂੰ ਤਰੱਕੀਆਂ ਦਿੱਤੀਆਂ, ਉਹਨਾਂ 2-2 4-4 ਮਾਰੇ ਹੀ ਹੈ ਤਾਂ ਤਰੱਕੀਆਂ ਦਿੱਤੀਆਂ।
ਤੇ ਤੁਸੀਂ ਕੋਈ ਐਸੀ ਵੈਸੇ ਕੋਈ ਲਿਸਟ ਸਾਡੇ ਹਿਸਾਬ ਦੇ ਨਾਲ 1.5 ਲੱਖ ਬੰਦਾ ਮਾਰ ਦਿੱਤਾ ਗਿਆ ਜੀ, ਜਾਂ ਖਤਮ ਕਰ ਦਿੱਤਾ ਗਿਆ। 1.5 ਲੱਖ ਦੀ ਸਾਡੇ ਤਰੀਕ ਹੈਗੀ ਆ। ਮੁਗਲ ਰਾਜ ਦੇ ਵਿੱਚ ਅਸੀਂ ਟੋਟਲ 50,000 ਮਰੇ ਆ, ਤੇ ਹਿੰਦੂ ਰਾਜ ਦੇ ਵਿੱਚ 10 ਸਾਲਾਂ 'ਚ ਅਸੀਂ 1.5 ਲੱਖ ਮਰੇ ਆ। 1.5 ਲੱਖ ਮਰਿਆ ਗਿਆ। ਹਾਂਜੀ, ਇਸ ਕਰਕੇ ਮੈਂ ਇਹ ਚਾਹਾਂਗਾ ਜਿਹੜੀ ਸਿੱਖ ਗੁਰੂਆਂ ਦੀ ਧਰਤੀ ਦੇ ਉੱਤੇ ਜ਼ੁਲਮ ਹੋਇਆ ਸੀ ਮੁਗਲ ਰਾਜ ਦਾ, ਅਸੀਂ ਉਹ ਫੋਟੋਆਂ ਬਣਾਈਆਂ, ਗੁਰਦੁਆਰੇ ਚਲਾਈਆਂ। ਹਰ ਬੱਚਾ ਕਹਿੰਦਾ ਕੌਣ ਹੈ ਜੀ, ਇਹ ਚਰਖੜੀਆਂ ਤੇ ਚਾੜੇ ਆ ਜੀ, ਇਹ ਬੰਦ ਕਟਾਏ ਗਏ ਆ ਜੀ, ਇਹ ਦੇਗਾਂ 'ਚ ਉਬਾਲੇ ਗਏ, ਸਾਡੀ ਅਰਦਾਸ ਵਿੱਚ ਆ। ਅਸੀਂ ਉਹਨੂੰ ਖਤਮ ਨਹੀਂ ਕਰ ਸਕਦੇ, ਪਰ ਅੱਜ ਚਾਹੀਦਾ ਤੇ ਇਹ ਸੀ ਕਿ ਜਿੰਨਾ ਜ਼ੁਲਮ ਸਾਡੇ ਤੋਂ ਹੋਇਆ ਉਦੋਂ ਵੱਧ ਅਸਲੀਤ ਫੋਟੋਆਂ ਬਣਾ ਕੇ ਉਹ ਵੀ ਗੁਰਦੁਆਰਿਆਂ 'ਚ ਰੱਖੀਆਂ ਜਾਂਦੀਆਂ, ਤਾਂ ਕਿ ਲੋਕਾਂ ਨੂੰ ਪਤਾ ਲੱਗਦਾ ਵੀ ਆ ਮੁਗਲੀ ਜ਼ਾਲਮ ਨਹੀਂ, ਇਹ ਹਿੰਦੂ ਉਦੋਂ ਵੱਡਾ ਜ਼ਾਲਮ ਆ। ਇਹ ਤਿੰਨ ਗੁਣਾ ਵੱਧ ਜ਼ੁਲਮ ਕਰ ਚੁੱਕਾ, ਜਿਹਨੂੰ ਅਸੀਂ ਆਜ਼ਾਦ ਕੰਟਰੀ ਕਹਿੰਦੇ ਆ, ਜਿਹਨੂੰ ਅਸੀਂ ਡੈਮੋਕ੍ਰੇਟਿਕ ਕੰਟਰੀ ਕਹਿੰਦੇ ਆ। ਉੱਥੇ ਸਾਡਾ ਕਤਲੇਆਮ ਉਹਨਾਂ ਨਾਲੋਂ 200 ਸਾਲ ਨਾਲੋਂ ਵੱਧ ਹੋ ਚੁੱਕਾ ਵਾ। ਤੁਸੀਂ ਕਹਿੰਦੇ ਕਿ ਉਹ ਤਸਵੀਰਾਂ ਵੀ ਲੱਗਣੀਆਂ ਚਾਹੀਦੀਆਂ? ਲੱਗਣੀਆਂ ਚਾਹੀਦਾ। ਵੇਖੋ, ਜਿਹੜਾ ਪੰਜਾਬ 'ਚੋਂ ਸਿੱਖ ਆਉਂਦਾ, ਮੁਸਲਮਾਨ ਪ੍ਰੀਸਟ ਆਏ, ਉਹ ਕਦੀ ਹਿੰਦੁਸਤਾਨ ਦੇ ਖਿਲਾਫ ਨਹੀਂ ਬੋਲ ਸਕਦਾ, ਕਿਉਂਕਿ ਉਹ ਵਾਪਸ ਨਹੀਂ ਜਾ ਸਕਦਾ, ਉਹਦੀ ਬਲੈਕ ਲਿਸਟ ਬਣ ਜੂਗੀ। ਉੱਥੇ ਇੰਨਾ ਦੱਬਿਆ ਹੋਇਆ ਵਾ। ਪਰ ਬਾਹਰ ਦਾ ਅਸੀਂ ਕੋਈ ਦੱਬੇ ਦੁੱਬੇ ਨਹੀਂ ਹੈਗੇ, ਅਸੀਂ ਕੋਈ ਹਿੰਦੁਸਤਾਨ ਤੋਂ ਨਹੀਂ ਡਰਦੇ। ਅਸੀਂ ਨਾ ਜਾਵਾਂਗੇ ਉੱਥੇ, ਅਸੀਂ ਅੱਗੇ ਉੱਥੇ ਜਾ ਕੇ ਕਰਨੇ ਆ। ਉਹ ਜਿਹੜਾ ਉੱਥੇ ਜਾਂਦਾ ਉਹਨੂੰ ਕਤਲ ਕਰ ਦਿੰਦੇ ਆ, ਅਸੀਂ ਉੱਥੇ ਜਾਣਾ ਕੀ ਕਰਨਾ। ਪਰ ਮੈਂ ਇੱਕ ਗੱਲ ਕਹਾਂਗਾ, ਹਿੰਦੁਸਤਾਨ ਦੇ ਵਿੱਚ ਕਦੀ ਸੇਫ ਨਹੀਂ ਸਿੱਖ ਹੋ ਸਕਦਾ। ਸੇਫ ਹੋ ਸਕਦਾ ਜਿਹੜਾ ਹਿੰਦੁਸਤਾਨ ਦੀ ਇੱਕ ਕਹਾਵਤ ਹੈ ਨਾ ਵੀ ਇੱਕ ਬੜਾ ਵੱਡਾ ਟੈਂਟ ਲਾਇਆ ਵਾ, ਉਹਦੇ ਉੱਤੇ ਉਹਨਾਂ ਜੁੱਤੀ ਸੈਂਟਰ 'ਚ ਟੰਗੀ ਹੋਈ ਆ, ਸ਼ੂ ਟੰਗਿਆ ਹੋਇਆ, ਜੀ ਥੱਲੇ ਉਹ ਕਹਿੰਦੇ ਖਾਓ ਪੀਓ ਐਸ਼ ਕਰੋ, ਪਰ ਜੇ ਤੁਸੀਂ ਸਾਡੇ ਖਿਲਾਫ ਬੋਲੇ ਤਾਂ ਛਿੱਤਰ ਪੈਣਾ ਤੁਹਾਡੇ। ਅੱਛਾ, ਇਹ ਕਹਾਵਤ ਬਣਾਈ ਸਿੱਖਾਂ ਵਾਸਤੇ? ਬਿਲਕੁਲ, ਖਾਓ ਪੀਓ ਐਸ਼ ਕਰੋ, ਅਮੀਰ ਵੀ ਹੋ ਜਾਓ, ਜੋ ਮਰਜ਼ੀ, ਕਾਰਾਂ ਵੀ ਵਧੀਆ ਤੋਂ ਵਧੀਆ ਲੈ ਲਓ, ਮਰਸੀਆਂ ਵੀ ਲੈ ਲਓ, ਪਰ ਜੇ ਸਾਡੇ ਖਿਲਾਫ ਬੋਲੇ ਉਹ ਛਿੱਤਰ ਤੁਹਾਡੇ ਪੈ ਉਹ ਪੈਂਦਾ ਵਾ। ਯਾਨੀ ਤੁਹਾਡਾ ਜਿਹੜਾ ਫੰਡਾਮੈਂਟਲ ਰਾਈਟ ਹੈਗਾ ਆਜ਼ਾਦੀ ਦਾ, ਉਹ ਤੁਸੀਂ ਨਹੀਂ ਮੰਗ ਸਕਦੇ। ਉਹ ਨਹੀਂ ਮੰਗ ਸਕਦੇ। ਅੱਛਾ, ਇਹ ਤੁਸੀਂ ਦੱਸਦੇ ਹੋ ਕਿ 1.5 ਲੱਖ ਤੋਂ ਜ਼ਿਆਦਾ ਸਿੱਖ ਜਿਹੜਾ ਉੱਥੇ ਮਾਰਤਾ ਗਿਆ। ਤੁਸੀਂ ਇਹ ਦੱਸ ਸਕਦੇ ਹੋ ਕਿ ਪੰਜਾਬ ਦੇ ਵਿੱਚੋਂ ਕਿੰਨਾ ਸਿੱਖ ਜਿਹੜਾ ਹੈਗਾ ਉਹ ਕੱਢ ਦਿੱਤਾ ਗਿਆ, ਜਾਂ ਨਸ ਗਏ, ਜਾਂ ਆਪਣੀ ਜਾਨ ਸੇ ਨਿਕਲ ਗਏ? ਕੋਈ ਹੈ ਤਾਂ? ਪਹਿਲੀ ਤਾਂ ਗੱਲ ਹੈ ਜੀ ਭਈ, ਇੱਕ ਸਾਡੀ ਕਿਸਮਤ ਚੰਗੀ ਆ, ਗੁਰੂ ਨਾਨਕ ਦੇਵ ਜੀ ਇੱਕ ਪਿੰਡ ਵਿੱਚ ਗਏ, ਉਹ ਪਿੰਡ ਵਾਲਿਆਂ ਕੋਈ ਸੇਵਾ ਨਹੀਂ ਕੀਤੀ, ਰੋਟੀ ਪਾਣੀ ਨਹੀਂ ਦਿੱਤਾ। ਮਰਦਾਨਾ ਕਹਿੰਦਾ ਗੁਰੂ ਸਾਹਿਬ ਪਿੰਡ ਬਾਰੇ ਕੀ? ਅਗਲੇ ਦਿਨ ਜਾਣ ਲੱਗੇ, ਕਹਿੰਦੇ ਵੱਸਦਾ ਰਹੇ, ਇਹ ਵੱਸਦਾ ਰਹੇ। ਅਗਲੇ ਪਿੰਡ 'ਚ ਗਏ, ਉੱਥੇ ਬੜਾ ਖੀਰ, ਕੜਾਹ, ਦੁੱਧ, ਦਹੀਂ ਸਭ ਕੁਝ ਦਿੱਤਾ, ਪਰੌਂਠੇ ਵੀ ਦਿੱਤੇ। ਅਗਲੇ ਦਿਨ ਉੱਥੋਂ ਜਾਣ ਲੱਗੇ, ਮਰਦਾਨਾ ਕਹਿੰਦਾ ਵੀ ਗੁਰੂ ਸਾਹਿਬ ਇਹਨਾਂ ਬਾਰੇ ਕਹਿੰਦੇ ਉੱਜੜ ਜਾਣ। ਅੱਛਾ, ਇਹ ਤਾਂ ਬੜੀ ਮਾੜੀ ਗੱਲ ਹੈ। ਜਿਨ੍ਹਾਂ ਸੇਵਾ ਨਹੀਂ ਕੀਤੀ ਤੁਸੀਂ ਉਹ ਕਹਿੰਦੇ ਵੱਸਦੇ ਰਹਿਣ, ਅਤੇ ਜਿਨ੍ਹਾਂ ਸੇਵਾ ਕੀਤੀ ਕਹਿੰਦੇ ਉੱਜੜ ਜਾਣ। ਇਹ ਕੀ ਗੱਲ? ਕਹਿੰਦੇ ਮਰਦਾਨਿਆ ਉਹ ਇੱਥੇ ਹੀ ਰਹਿਣ, ਉਹ ਬੁਰੇ ਬੰਦੇ ਆ, ਦੁਨੀਆ 'ਚ ਕਿਤੇ ਨਾ ਜਾਣ, ਇਹ ਚੰਗੇ ਆ ਸਾਰੀ ਦੁਨੀਆ 'ਚ ਜਾਣ। ਅੱਛਾ, ਇਹ ਤਾਂ ਬੜੇ ਚੰਗੇ ਬੰਦੇ ਆ, ਜਿੱਥੇ ਜਾਣਗੇ ਇੱਦਾਂ ਸੇਵਾ ਕਰਨਗੇ। ਇਸ ਕਰਕੇ ਇਹ ਜਿਹੜੀ ਲੜਾਈ ਆ, ਜਿੱਥੇ 1.5 ਲੱਖ ਬੰਦਾ ਮਰਿਆ, ਉੱਥੇ ਕਈ ਲੱਖ ਅਸੀਂ ਪੰਜਾਬ ਤੋਂ ਬਾਹਰ ਆ ਗਏ ਹਾਂ ਜੀ। ਬਾਹਰ ਆ ਕੇ ਅਸੀਂ ਵੀ ਉੱਥੋਂ ਆਏ ਹਾਂ ਜੀ। ਲੱਖਾਂ ਬੰਦੇ ਸਾਰੇ ਅਮਰੀਕਾ, ਕੈਨੇਡਾ, ਯੂਰਪ ਸਭ 'ਚ ਅਸੀਂ ਵੱਸ ਗਏ ਹਾਂ। ਪਹਿਲੇ ਅਸੀਂ 5-10 ਸਾਲ ਸਟਰਗਲ ਕਰਨੀ ਹੈ ਰੋਟੀ ਦੀ, ਘਰ ਬਾਹਰ ਦੀ, ਇਹ ਹਰ ਬੰਦੇ ਨੂੰ ਹੁੰਦੀ ਆ। ਉਹਦੇ ਬਾਅਦ ਸਿੱਖ ਬਾਹਰ ਜਿਹੜਾ ਆ ਗਿਆ, ਇਹ ਹਿੰਦੁਸਤਾਨ ਦੇ ਲਈ ਇੱਕ ਵੱਡਾ ਖਤਰਾ ਬਣ ਗਿਆ। ਔਰ ਹਿੰਦੁਸਤਾਨ ਨੂੰ ਬਾਹਰ ਦਾ ਸਿੱਖ ਹਿੰਦੁਸਤਾਨ ਨੂੰ ਬੇੜਾ ਗਰਕ ਕਰੂਗਾ। ਠੀਕ, ਤੁਸੀਂ ਸਮਝਦੇ ਹੋ ਕਿ ਹੁਣ ਤੇ ਇਸ ਵੇਲੇ ਇੱਕ ਤਾਸਰ ਇਹ ਤਾਂ ਜਾਂਦਾ ਪਿਆ ਕਿ ਖਾਲਿਸਤਾਨ ਦੀ ਮੂਵਮੈਂਟ ਬਿਲਕੁਲ ਬੈਠ ਗਈ ਹੈ, ਖਤਮ ਹੋ ਗਈ ਹੈ, ਔਰ ਤੁਸੀਂ ਕੀ ਸਮਝਦੇ ਹੋ? ਮਤਲਬ ਕਿ ਵੇਖੋ ਜੀ, ਨਾ ਤਾਂ ਖਾਲਿਸਤਾਨ ਦੀ ਮੂਵਮੈਂਟ ਬੈਠੀ ਆ, ਨਾ ਖਾਲਿਸਤਾਨ ਦੀ ਮੂਵਮੈਂਟ ਘਟੀ ਆ। ਵੇਖੋ, ਜਦੋਂ ਵੀ ਕੋਈ ਸਟਰਗਲ ਹੁੰਦੀ ਆ, ਜੇ ਹਿੰਦੁਸਤਾਨ ਨੂੰ ਆਜ਼ਾਦ ਅੰਗਰੇਜ਼ਾਂ ਤੋਂ ਕਰਾਇਆ ਤਾਂ 100 ਸਾਲ ਲੱਗ ਗਏ, ਸਮਝ ਗਏ ਨਾ। ਇਹ ਮੂਵਮੈਂਟਾਂ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ। ਜਦੋਂ ਦੇਸ਼ਾਂ ਦੀਆਂ ਆਜ਼ਾਦੀਆਂ ਹੁੰਦੀਆਂ ਉਤਰਾਅ ਚੜ੍ਹਾਅ ਆਉਂਦੇ ਆ। ਨਾ ਇਹ ਬੈਠੀ ਹੈ, ਅੱਗੇ ਨਾ ਜ਼ਿਆਦਾ ਹੋ ਰਹੀ ਆ। ਅੱਜ ਇੱਥੋਂ ਦੀਆਂ ਯੂਨੀਵਰਸਿਟੀਆਂ 'ਚ ਜਿਹੜੇ ਸਿੱਖ ਮੁੰਡੇ ਆ, ਉਹ ਖਾਲਿਸਤਾਨ ਦੀ ਗੱਲ ਕਰਨ ਰਹੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਪੰਜਾਬ ਦਾ। ਅੱਛਾ, ਤੇ ਮੂਵਮੈਂਟ ਬੈਠੀ ਕਿੱਦਾਂ? ਇਹ ਤਾਂ ਅੱਗੇ ਨਾ ਉੱਭਰੀ ਆ। ਤੁਸੀਂ ਸਮਝੋ ਕਿ ਇਹ ਤੁਹਾਡੀ ਅਗਲੀ ਨਸਲ ਚਲੇ ਗਈ? ਸਾਡੀ ਇਹ ਤਾਂ ਅਗਲੀ ਨਸਲ ਵਾਲੀ ਸਾਨੂੰ ਕਹਿੰਦੇ ਤੁਸੀਂ ਪਿੱਛੇ ਹੋ, ਹੁਣ ਤੁਸੀਂ ਘੱਟ ਗੱਲ ਕਰਦੇ ਹੋ ਖਾਲਿਸਤਾਨ ਦੀ, ਖਾਲਿਸਤਾਨ ਬਣਨਾ ਚਾਹੀਦਾ। ਉਹ ਤਾਂ ਸਾਡੇ ਨਾਲ ਵੀ ਅੱਗੇ ਨੇ, ਜਿਹੜੇ ਵਕੀਲ, ਡਾਕਟਰ, ਪੜ੍ਹੇ ਲਿਖੇ ਬੱਚੇ ਆ, ਉਹ ਖਾਲਿਸਤਾਨ ਦੀ ਗੱਲ ਕਰਨ ਲੱਗ ਪਿਆ। ਔਰ ਤੁਸੀਂ ਸਮਝਦੇ ਹੋ ਕਿ ਮਤਲਬ ਇਹ ਫਿਰ ਇੱਕ ਦਫਾ ਮਤਲਬ ਇਹ ਉਭਰੇਗੀ? ਔਰ ਮਤਲਬ ਨਹੀਂ ਜੀ, ਫੇਰ ਕਿਉਂ ਉੱਭਰੀ ਹੋਈ ਆ? ਤੁਸੀਂ ਤਾਂ ਫੇਰ ਤਾਂ ਕਰੋ ਜੇ ਮਰੀ। ਅਸੀਂ ਤਾਂ ਕਹਿੰਦੇ ਮਰੀ ਨਹੀਂ, ਅਸੀਂ ਤਾਂ ਚੱਲ ਰਹੀ ਆ, ਉਤਰਾਅ ਚੜ੍ਹਾਅ ਹੁੰਦਾ ਵਾ। ਮੂਵਮੈਂਟ ਉੱਥੇ ਹੀ ਆ,
ਮੂਵਮੈਂਟ ਕਿਤੇ ਨਹੀਂ ਮਰੀ ਹੋਈ। ਅੱਜ ਲੋਕਾਂ ਨੂੰ ਇਹ ਗੱਲ ਪੂਰੀ ਤਰ੍ਹਾਂ ਯਾਦ ਆ, ਅਸੀਂ ਗੁਲਾਮ ਆ ਪੰਜਾਬ ਵਿੱਚ, ਅਸੀਂ ਆਜ਼ਾਦੀ ਲੈਣੀ ਆ, ਅਸੀਂ ਉਹਨਾਂ ਤੋਂ ਆਪਣੀ ਖਲਾਸੀ ਕਰਾਉਣੀ ਆ। ਔਰ ਤੁਸੀਂ ਇਹ ਸਮਝਦੇ ਹੋ ਮਤਲਬ ਕਿ ਜਦੋਂ ਇੰਦਰਾ, ਇਹ ਤਾਂ ਤੁਹਾਡੀ ਗੱਲ ਸਹੀ ਹੈ, ਉਹਦੀ ਵਜ੍ਹਾ ਇਹ ਹੈ ਕਿ ਸਾਰੀ ਦੁਨੀਆ ਨੇ ਦੇਖਿਆ ਕਿ ਇੰਦਰਾ ਗਾਂਧੀ ਦਾ ਬਾਡੀਗਾਰਡ ਇੱਕ ਸਿੱਖ ਸੀ ਮਤਲਬ, ਔਰ ਉਹਨੇ ਆਪਣੇ ਉਸ ਦਰਬਾਰ ਸਾਹਿਬ 'ਤੇ ਜਿਹੜਾ ਹਮਲਾ ਹੋਇਆ ਉਹਦਾ ਇੰਤਕਾਮ ਲੈਣ ਵਾਸਤੇ ਮਤਲਬ ਉਹਨੇ ਇੰਦਰਾ ਗਾਂਧੀ ਨੂੰ ਮਾਰ ਦਿੱਤਾ। ਮਤਲਬ ਉਹਦੇ ਬਾਅਦ ਇੱਕ ਤੇ ਬੜੀ ਗੈਰਤ ਦੀ ਬਾਤ ਇਹ ਹੋਈ ਕਿ ਉਹਨੇ ਆਪਣਾ ਇਹ ਪਤਾ ਦੱਸਿਆ ਕਿ ਸਿੱਖ ਜਿਹੜੀ ਕੌਮ ਹੈ ਉਹ ਆਪਣੇ ਤੇ ਜ਼ੁਲਮ ਹੋਏ ਨੂੰ ਭੁੱਲ ਨਹੀਂ ਸਕਦੀ, ਉਹ ਬਰਦਾਸ਼ਤ ਨਹੀਂ ਕਰ ਸਕਦੀ, ਉਹ ਲੈਂਦੀ ਭਾਵੇਂ ਜਿਸ ਮਰਜ਼ੀ ਉਹਦੇ 'ਤੇ ਹੋਵੇ, ਜਿੱਥੇ ਮਰਜ਼ੀ ਕਰੀਬ ਹੋਵੇ। ਦੂਸਰਾ ਇਹ ਹੈ ਕਿ ਉਹਦੇ ਬਾਅਦ ਇੰਦਰਾ ਗਾਂਧੀ ਦੇ ਇਸ ਕਤਲ ਦੇ ਬਾਅਦ ਜਿਹੜਾ ਪੰਜਾਬ ਦੇ ਅੰਦਰ, ਖਾਸ ਤੌਰ ਦਿੱਲੀ ਦੇ ਅੰਦਰ ਸਿੱਖਾਂ ਦੇ ਜਿਹੜੇ ਜ਼ੁਲਮ ਹੋਏ ਮਤਲਬ ਹੈ, ਉਹਦੇ ਬਾਰੇ ਤੁਹਾਡੀ ਕੀ ਰਾਏ? ਦੇਖੋ ਜੀ, ਪਹਿਲੇ ਤਾਂ ਸਿੱਖ ਪਹਿਲੇ ਸਿੱਖ ਆ, ਫਿਰ ਉਹ ਨੌਕਰੀ ਪੇਸ਼ੇ ਵਾਲੀ ਗੱਲ ਆ। ਇੰਦਰਾ ਗਾਂਧੀ ਨੂੰ ਸਿੱਖ ਨੇ ਮਾਰਿਆ, ਉਹਦੇ ਬਾਡੀਗਾਰਡਾਂ ਨੇ ਨਹੀਂ ਮਾਰਿਆ। ਅੱਛਾ ਜੀ। ਕਿਉਂਕਿ ਉਹ ਪਹਿਲਾਂ ਸਿੱਖ ਆ, ਠੀਕ ਹੈ। ਉਹਦਾ ਕਰਤੱਵ ਪਹਿਲਾਂ ਸਿੱਖ ਕੌਮ ਲਈ ਆ, ਸਿੱਖ ਪੰਥ ਲਈ ਆ। ਇਸ ਕਰਕੇ ਉਹਨੂੰ ਇਹ ਪਤਾ ਸੀ, ਜਿੱਦਾਂ ਇੱਥੇ ਇੱਕ ਬਰਾੜ ਆਇਆ ਉਹਦੇ 4 ਛਿੱਤਰ ਪਏ ਤਾਂ ਸਾਰਾ ਹਿੰਦੁਸਤਾਨ ਕੰਬਣ ਲੱਗ ਪਿਆ। ਹਾਂਜੀ, ਕਿਉਂਕਿ ਮੈਂ ਉਦਣ ਵੀ ਇਹ ਗੱਲ ਮੇਰੀ ਅਖਬਾਰਾਂ 'ਚ ਵੀ ਲੱਗੀ ਆ, ਇਹ ਸਾਡੀ ਬਰਾੜ ਬਾਰੇ ਪੋਲੀਟੀਕਲ ਲੜਾਈ ਨਹੀਂ, ਧਾਰਮਿਕ ਲੜਾਈ ਆ। ਉਹਨੇ ਸਾਡੇ ਦਰਬਾਰ ਸਾਹਿਬ 'ਚ ਬੰਦੇ ਮਾਰੇ ਆ, ਸਾਡਾ ਧਰਮ ਦਾ ਅਕੀਦਾ ਸਹੀ ਕਿ ਜਿੱਥੇ ਵੀ ਸਿੱਖ ਹੋਏ ਉਹਦੇ 4 ਜੁੱਤੀਆਂ ਮਾਰਨ। ਅੱਛਾ ਅੱਛਾ। ਹਾਂਜੀ, ਜਿਹੜਾ ਸਾਨੂੰ ਮਾਰੂਗਾ ਅਸੀਂ ਉਹਨੂੰ ਕਿੱਦਾਂ ਬਖਸ਼ਾਂਗੇ? ਅਸੀਂ ਐਵੇਂ ਡਰੀ ਜਾਈਏ ਲੋਕਾਂ ਤੋਂ ਵੀ ਗੌਰਮੈਂਟ ਸਾਨੂੰ ਫੜ ਲੈ ਜਿੰਨ ਫੜਨਾ ਫੜ ਲੈ। ਕਿਉਂ? ਜਿੰਨ 5000 ਬੰਦਾ ਮਾਰਿਆ ਉਹ 'ਤੇ ਕਤਲ ਦਾ ਮੁਕੱਦਮਾ ਨਹੀਂ ਚੱਲਣਾ ਚਾਹੀਦਾ? ਠੀਕ। ਉਹ 'ਤੇ ਕਤਲ ਦਾ ਮੁਕੱਦਮਾ ਚੱਲ ਨਹੀਂ ਰਿਹਾ, ਅਤੇ ਅਸੀਂ ਅੱਖਾਂ ਮੀਟ ਕੇ ਕਿੱਦਾਂ ਬਹਿ ਜਾਈਏ? ਠੀਕ। ਇਸ ਕਰਕੇ ਜੋ ਦਿੱਲੀ ਵਿੱਚ ਹੋਇਆ ਵਾ ਉਹ ਬਦਲੇ ਦੀ ਭਾਵਨਾ ਗੌਰਮੈਂਟ ਨੇ ਕੀਤੀ ਆ। ਅੱਛਾ ਜੀ। ਸਿੱਖ ਵੇਖੋ ਅੱਜ ਆ ਕੇਸ, ਪਿਛਲੇ ਵੀਕ ਬਿੱਟੂ ਹੋਣਾ ਨੂੰ 10 ਸਾਲ ਦੀ ਸਜ਼ਾ ਦੇਤੀ, 25 ਸਾਲ ਪਹਿਲੇ ਕੇਸ। ਗੌਰਮੈਂਟ ਜਿਹੜੀ ਆ ਉਹ ਸਿੱਖਾਂ ਦੇ ਹਿੱਤ ਵਿੱਚ ਨਹੀਂ ਹੈਗੀ, ਔਰ ਉਹ ਜਦੋਂ ਵੀ ਦਾਅ ਲੱਗੇਗੀ ਉਹ ਸਿੱਖ ਨੂੰ ਮਾਰੂਗੀ। ਠੀਕ। ਸਾਨੂੰ ਇਹ ਚਾਹੀਦਾ, ਵੇਖੋ ਸਾਡੇ ਕੋਲ ਸੋਰਸ ਨਹੀਂ ਹੈਗਾ, ਪੈਸਾ ਅੱਜ ਹੋਏ ਪੂਰੀ ਜਿਹੜੀ ਆ ਨਾ ਮੂਵਮੈਂਟ ਚੇਂਜ ਹੋ ਸਕਦੀ ਆ। ਅੱਜ ਜਿੰਨਾ ਸਾਡੇ 'ਤੇ ਜ਼ੁਲਮ ਹੋਇਆ, ਜੇ ਸਾਡੇ ਕੋਲ ਆਰਟਿਸਟ ਨਹੀਂ ਹੈਗੇ ਉਹਦੀਆਂ ਫਿਲਮਾਂ ਬਣ ਸਕਦੀਆਂ ਨੇ, ਉਹਦੇ ਸੀਰੀਅਲ ਬਣ ਸਕਦੇ ਨੇ। ਸਾਡੇ 'ਤੇ ਤਾਂ ਇੰਨਾ ਜ਼ੁਲਮ ਹੋ ਚੁੱਕਾ, ਜੇ ਉਹਦੇ 20 ਸੀਰੀਅਲ ਵੀ ਅਸੀਂ ਬਣਾ ਕੇ ਦੇ ਦਈਏ ਕੌਮ ਨੂੰ, ਕੌਮ ਅੱਜ ਉਹਨਾਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ ਜੀ। ਇਹ ਕੀ ਹੋਇਆ ਸਾਡੇ ਨਾਲ? ਤੁਸੀਂ ਸੀਰੀਅਲ ਬਣਾਉਂਦੇ ਕਿਉਂ ਨਹੀਂ ਤੁਸੀਂ ਫਿਰ? ਇਹ ਪੈਸੇ ਦੀ ਕਮੀ, ਹਾਲਾਤ ਦਾ ਵੇਖੋ, ਹਰ ਬੰਦੇ ਕੋਲ ਸੋਰਸ ਨਹੀਂ ਹੁੰਦਾ। ਇੱਕ ਬੰਦੇ ਕੋਲ ਸੋਰਸ ਹੁੰਦਾ, ਇੱਕ ਬੰਦੇ ਕੋਲ ਅਕਲ ਹੁੰਦੀ ਆ। ਜੇ ਅੱਜ ਉਹ ਸਾਰੇ ਰਲ ਜਾਣ, ਇਕੱਠੇ ਹੋ ਜਾਣ, ਔਰ ਜੋ ਸੱਚ ਦੀ ਸਟੋਰੀ ਦਾ, ਮੈਂ ਇਹ ਨਹੀਂ ਕਹਿੰਦਾ ਹਿੰਦੂ ਹੋਏ ਜਾਂ ਸਿੱਖ ਹੋਏ ਜਾਂ ਮੁਸਲਮਾਨ ਹੋਏ, ਜੋ ਸੱਚ ਸਾਡੇ ਨਾਲ ਉਹ ਪਿਛਲੇ 30 ਸਾਲ 35 ਸਾਲ 'ਚ ਹੋਇਆ, ਜੇ ਅਸੀਂ ਉਹ ਸੱਚ ਲੋਕਾਂ ਨੂੰ ਦੱਸ ਦਈਏ, ਉਹ ਜ਼ੁਲਮ ਦੱਸ ਦਈਏ, ਤੇ ਅੱਜ ਬੱਚਾ ਸਿੱਖ ਪੰਥ ਦਾ ਮੁੜ ਕੇ ਖੜਾ ਹੋ ਜਾਊਗਾ। ਅੱਛਾ ਠੇਕੇਦਾਰ ਜੀ, ਤੁਹਾਡੇ ਨਾਲ ਤੇ ਗੱਲ ਕਰਨ ਵਾਸਤੇ ਪੂਰਾ ਦਿਨ ਵੀ ਜਿਹੜਾ ਉਹ ਵੀ ਥੋੜਾ ਹੈ ਮਤਲਬ ਹੈ। ਮੈਂ ਇਸ ਵਾਸਤੇ ਆਪਣੇ ਤਾਰਫ 'ਚ ਗੱਲ ਕੀ ਸੀ ਕਿ ਮੈਂ ਅੱਜ ਆਪਣੇ ਨਾਜ਼ਰੀਨ ਦੀ ਕਿਸੇ ਮੁਜਾਹਦ ਨਾਲ ਮੁਲਾਕਾਤ ਕਰਾਉਣ ਲੱਗਾ, ਮਤਲਬ ਹੈ ਕਿ ਜਿਹੜੇ ਖਾਸਦਾਨ ਤਾਰੀਖ ਦੇ ਬਾਰੇ ਤੁਹਾਨੂੰ ਪੂਰੀਆਂ ਗੱਲਾਂ ਦੱਸੇਗਾ। ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਆਪਣੇ ਬੜੇ ਕੀਮਤੀ ਵਕਤ 'ਚੋਂ ਇੱਕ ਵਕਤ ਕੱਢਿਆ। ਅਸੀਂ ਤੁਹਾਡੇ ਨਾਲ ਫਿਰ ਵੀ ਤੁਹਾਡਾ ਸਾਡਾ ਰਾਬਤਾ ਰਹੇਗਾ, ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਜਿਹੜੇ ਜ਼ੁਲਮ ਹੋਏ ਨੇ ਤੁਸੀਂ ਇਸ ਪਲੇਟਫਾਰਮ ਨੂੰ ਇਸਤੇਮਾਲ ਕਰਕੇ ਆਪਣੇ ਸਿੱਖ ਭਰਾਵਾਂ ਨੂੰ ਜ਼ਰੂਰ ਇਤਲਾਹ ਦਿਓ। ਔਰ ਜਿਹੜੀ ਤੁਸੀਂ ਸੀਰੀਅਲ ਦੀ ਗੱਲ ਕੀਤੀ ਹੈ ਮਤਲਬ ਹੈ, ਇਹਦੇ ਬਾਰੇ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹ, ਤਾਂ ਕਿ ਲੋਕ ਅੱਗੇ ਵੱਧ ਕੇ ਤੁਹਾਡੀ ਉਹਦੀ ਮਦਦ ਵੀ ਕਰ ਸਕਣ। ਅਸੀਂ ਵੀ ਇਹ ਕਹਾਂਗੇ ਕਿ ਮੁਸਲਮਾਨ ਭਰਾ ਵੀ ਜਿਹੜੇ ਮਤਲਬ ਹੈ, ਕਿਉਂਕਿ ਮੁਸਲਮਾਨ ਸਿੱਖਾਂ ਦਾ ਆਪਸ ਵਿੱਚ ਇਤਿਹਾਦ ਹੈਗਾ ਵੈ, ਔਰ ਅਸੀਂ ਇੱਕ ਜਿਹੜੀ ਅਖਲਾਕੀ ਤੌਰ 'ਤੇ ਔਰ ਸਫਾਰਤੀ ਜਿਹੜੀ ਮਦਦ ਹੋ ਸਕਦੀ ਹੈ ਮਤਲਬ ਸਿੱਖਾਂ ਦੀ, ਉਹ ਜ਼ਰੂਰ ਕਰਨੀ ਚਾਹੀਦੀ ਹੈ। ਮੈਂ ਇਹ ਤੁਹਾਨੂੰ ਅਖੀਰ 'ਤੇ ਤੁਹਾਨੂੰ ਦਿੰਦਾ 2 ਮਿੰਟ ਕਿ ਤੁਸੀਂ, ਸਾਡੇ ਕੋਲ ਟਾਈਮ ਖਤਮ ਹੋ ਰਿਹਾ ਹੈ, ਤੁਸੀਂ ਆਪਣੇ ਸਿੱਖ ਮਤਲਬ ਪਰਿਵਾਰ ਨੂੰ ਮਤਲਬ ਕੀ ਪੈਗਾਮ ਦੇਣਾ ਚਾਹੁੰਦੇ ਹੋ? ਮੈਂ ਤਾਂ ਸਿੱਖਾਂ ਨੂੰ, ਖਾਸ ਕਰਕੇ ਪੰਜਾਬੀਆਂ ਨੂੰ, ਭਾਵੇਂ ਉਹ ਪੰਜਾਬੀ ਪਾਕਿਸਤਾਨ 'ਚ ਵੱਸਦਾ, ਭਾਵੇਂ ਉਹ ਪੰਜਾਬੀ ਹਿੰਦੁਸਤਾਨ 'ਚ ਵੱਸਦਾ, ਪੰਜਾਬੀਆਂ ਨੂੰ ਅਪੀਲ ਕਰਦਾ, ਪੰਜਾਬੀਆਂ ਦੀ ਗੈਰਤ ਨੂੰ ਹਿੰਦੁਸਤਾਨ ਵੰਗਾ ਰਿਹਾ। ਮੈਂ ਉਸ ਹਰ ਪੰਜਾਬੀ ਨੂੰ ਬੇਨਤੀ ਕਰਦਾ, ਯੂਨਾਈਟ ਹੋ, ਧਰਮ ਨਾ ਦੇਖੋ, ਇਹ ਦੇਖੋ ਤੁਹਾਨੂੰ ਖਤਮ ਕੌਣ ਕਰ ਰਹੀ ਆ, ਕਿਹੜੀ ਸ਼ਕਤੀ ਖਤਮ ਕਰ ਰਹੀ ਆ, ਉਹਦੇ ਖਿਲਾਫ ਤੁਸੀਂ ਕਿਵੇਂ ਇਕੱਠੇ ਹੋਣਾ। ਜੱਫੀਆਂ ਪਾ ਲਓ ਧਰਮ ਪਿਛਾਂ, ਆਪਣੇ ਹੱਕ ਹਕੂਕ ਦੀ ਖਾਤਰ ਔਰ ਉਸ ਜ਼ਾਲਮ ਹਕੂਮਤ ਦੀ ਖਾਤਰ ਇਕਮੁੱਠ ਹੋਵੋ ਤੇ ਉਹਨੂੰ बिल्कुल निस्तनबूत करके रख दो। बहुत मेहरबानी ठेकेदार जी, बहुत बहुत शुक्रिया, ਤੁਹਾਡਾ फिर भी रब्ता रहेगा। नाज़रीन, आपने एक मुजाहिद की दास्तान मुजाहिद की ज़ुबान में सुन ली, और आपको इनकी गुफ्तगू के अंदर और इस गुफ्तगू के अंदाज के अंदर यकीनी तौर पे आपको नज़र आ रहा होगा कि इन लोगों के साथ जो जुल्म हुआ है उस जुल्म के बारे में इनकी क्या राय है। और सच्ची बात यह है कि इन्होंने अपने इस जोश के अंदर होश का दामन नहीं छोड़ा, ये बहुत खूबी की बात है।
और मैं इस बात का बड़ा मशकूर हूँ कि इन्होंने आके हमें वक्त दिया और आप दोस्तों को इस बात का पता चला कि खालिस्तान की मूवमेंट जो है अभी भी ज़िंदा है और चल रही है। और बल्कि एक अच्छी बात जो उन्होंने ये बताई वो ये है कि एक और इनकी अगली नस्ल जो है, पढ़ी लिखी नस्ल जो है, वो इस खालिस्तान मूवमेंट के अंदर दाखिल हो गई है और वो अपने हकूक़ की खातिर जो है वो मैदान में आ चुकी है। इसी के साथ मैं आपसे इजाज़त चाहता हूँ। अपना अपने सब दोस्तों का बहुत ख्याल रखिएगा। अल्लाह हाफिज़।